मेरा मुर्शिद सोना। कि इंसान जिस तो डरदा है वो डर दे नाल इंसान ਉਹਦੇ ਕੋਲ ਤਾਂ ਬੈਠ ਸਕਦਾ ਹੈ, ਉਹਦੀ ਗੱਲ ਤਾਂ ਮੰਨ ਸਕਦਾ ਹੈ, ਪਰ ਜਿੱਥੇ ਡਰ ਹੋਏਗਾ ਉੱਥੇ ਪ੍ਰੇਮ ਕਦੀ ਨਹੀਂ ਹੋਏਗਾ। ਔਰ ਇਹ ਗੱਲ ਅਰਸਤੂ ਨੇ ਕਿਉਂ ਕਹੀ? ਉਹ ਇਸ਼ਾਰਾ ਕੀਤਾ, ਉਹ ਕਹਿੰਦੇ ਜ਼ਿਆਦਾਤਰ ਇਨਸਾਨ ਈਸ਼ਵਰ ਭਗਵਾਨ ਤੋਂ ਵੀ ਡਰਦੇ ਹੈ ਕਿ ਜੇ ਅਸੀਂ ਭਗਵਾਨ ਦੀ ਗੱਲ ਆ ਨਾ ਮੰਨੀ ਸਾਨੂੰ ਉਹਨਾਂ ਸਜ਼ਾ ਦੇਣੀ ਹੈ, ਜੇ ਅਸੀਂ ਆਹ ਗੱਲ ਨਾ ਮੰਨੀ ਉਹ ਨਾਰਾਜ਼ ਹੋ ਗਿਆ ਤਾਂ ਸਾਨੂੰ ਉਹਨੇ ਨਰਕ 'ਚ ਪਾ ਕੇ ਸਾੜਨਾ ਹੈ। ਉਹ ਕਹਿੰਦੇ ਯਾਦ ਰੱਖ ਜਿੱਥੇ ਕਿਸੇ ਚੀਜ਼ ਦਾ ਵੀ ਤੇਰੇ ਅੰਦਰ ਡਰ ਆ ਗਿਆ ਉੱਥੇ ਤੇਰਾ ਇਸ਼ਕ ਤੇਰਾ ਪ੍ਰੇਮ ਕਦੀ ਸੱਚਾ ਹੋ ਹੀ ਨਹੀਂ ਸਕਦਾ। ਹੁਣ ਇਸ ਚੀਜ਼ ਨੂੰ ਸਮਝਣਾ, ਉਹਨਾਂ ਨੇ ਇਸ਼ਾਰਾ ਕੀਤਾ ਪ੍ਰਭੂ ਨੂੰ ਪ੍ਰੇਮ ਕਰ, ਪ੍ਰਭੂ ਤੋਂ ਡਰ ਨਾ। ਜਿੱਦਾਂ ਅਸੀਂ ਕਈ ਵਾਰਾਂ ਰਵੀਆ ਬਸਰੀ ਦੀ ਸਾਖੀ ਦੱਸੀ ਦੀ ਹੈ ਕਿ ਇੱਕ ਦਿਨ ਰਵੀਆ ਬਸਰੀ ਹੱਥ ਵਿੱਚ ਇੱਕ ਪਾਣੀ ਦਾ ਲੋਟਾ ਔਰ ਦੂਜੀ ਹੱਥ ਵਿੱਚ ਜਲਦੀ ਹੋਈ ਮਿਸਾਲ ਲੈ ਕੇ ਜਾ ਰਹੀ ਹੈ। ਤਾਂ ਲੋਕਾਂ ਨੇ ਪੁੱਛਿਆ ਰਵੀਆ ਇਹ ਹੱਥ 'ਚ ਪਾਣੀ ਦਾ ਲੋਟਾ ਔਰ ਜਲਦੀ ਹੋਈ ਮਿਸਾਲ ਲੈ ਕੇ ਕਿੱਥੇ ਜਾ ਰਹੀ ਆ? ਤਾਂ ਰਵੀਆ ਨੇ ਇਹ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਰਵੀਆ ਨੇ ਖੇਲ ਰਚਿਆ ਸੀ। ਜਦੋਂ ਲੋਕਾਂ ਨੇ ਪੁੱਛਿਆ ਕਿੱਥੇ ਜਾ ਰਹੀ ਹੈ ਇਹ ਲੋਟਾ ਪਾਣੀ ਦਾ ਔਰ ਜਲਦੀ ਹੋਈ ਮਿਸਾਲ ਲੈ ਕੇ, ਤਾਂ ਉਸ ਵੇਲੇ ਰਵੀਆ ਨੇ ਕਿਹਾ ਇਹ ਪਾਣੀ ਦਾ ਲੋਟਾ ਔਰ ਜਲਦੀ ਹੋਈ ਮਿਸਾਲ ਲੈ ਕੇ ਮੈਂ ਕਿੱਥੇ ਜਾ ਰਹੀ ਹਾਂ? ਤਾਂ ਸੁਣੋ ਕਿ ਜਲਦੀ ਹੋਈ ਮਿਸਾਲ ਲੈ ਕੇ ਮੈਂ ਜਾ ਰਹੀ ਹਾਂ ਸਵਰਗ ਨੂੰ ਤਾਂ ਕਿ ਜੰਨਤ ਨੂੰ ਅੱਗ ਲਾ ਦੇਵਾਂ, ਔਰ ਇਹ ਪਾਣੀ ਦਾ ਲੋਟਾ ਲੈ ਕੇ ਮੈਂ ਜਾ ਰਹੀ ਹਾਂ ਤਾਂ ਕਿ ਨਰਕਾਂ ਦੀ ਅੱਗ ਨੂੰ ਬੁਝਾ ਦੇਵਾਂ। ਉਹ ਲੋਕ ਕਹਿੰਦੇ ਕਿਉਂ ਕਿਉਂ ਨਰਕਾਂ ਦੀ ਅੱਗ ਨੂੰ ਕਿਉਂ ਬੁਝਾਣਾ ਜਾਂ ਸਵਰਗਾਂ ਨੂੰ ਕਿਉਂ ਸਾੜਨਾ? ਤਾਂ ਰਵੀਆ ਕਹਿੰਦੀ ਉਹਦਾ ਕਾਰਨ ਹੈ ਕਿ ਅੱਜ ਜਿਹੜਾ ਵੀ ਰੱਬ ਨੂੰ ਮੰਨਦਾ ਹੈ ਨਾ, ਜਾਂ ਉਹ ਸਵਰਗਾਂ ਦੇ ਲਾਲਚ ਨਾਲ ਮੰਨਦਾ ਹੈ ਜਾਂ ਨਰਕਾਂ ਦੇ ਡਰ ਨਾਲ। ਅੱਜ ਕੋਈ ਪ੍ਰੇਮ ਨਾਲ ਪ੍ਰਭੂ ਨੂੰ ਨਹੀਂ ਮੰਨਦਾ, ਉਹ ਪ੍ਰੇਮ ਨਾਲ ਮੇਰੇ ਰੱਬ ਨੂੰ ਕੋਈ ਯਾਦ ਨਹੀਂ ਕਰਦਾ। ਮੈਂ ਚਾਹੁੰਦੀ ਹਾਂ ਨਾ ਰਵੇ ਸਵਰਗ ਤਾਂ ਨਾ ਰਵੇ ਉਹਦਾ ਲਾਲਚ, ਨਾ ਰਵੇ ਨਰਕ ਤਾਂ ਨਾ ਰਵੇ ਉਹਦਾ ਡਰ। ਜਿਹੜਾ ਵੀ ਯਾਦ ਕਰੇ ਉਹ ਮੇਰੇ ਮਾਲਿਕ ਨੂੰ ਪ੍ਰੇਮ ਨਾਲ ਕਰੇ। ਜ਼ਰਾ ਸਮਝੋ, ਕਿਉਂਕਿ ਜਿੱਥੇ ਪ੍ਰੇਮ ਕਿਸੇ ਇਨਾਮ ਦੇ ਲਾਲਚ ਵਿੱਚ ਆ ਗਿਆ ਤਾਂ ਉਹ ਲਾਲਚ ਹੈ, ਉਹ ਸੱਚਾ ਪ੍ਰੇਮ ਨਹੀਂ ਹੈ। ਤਾਂ ਜਿੱਥੇ ਕਿਸੇ ਡਰ ਨਾਲ ਆ ਗਿਆ ਉਹ ਡਰ ਹੈ, ਉੱਥੇ ਵੀ ਪ੍ਰੇਮ ਨਹੀਂ ਹੈ। ਇਸ ਲਈ ਇਹ ਇਸ਼ਾਰਾ ਅਰਸਤੂ ਨੇ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਖਾਤਰ ਕੀਤਾ ਕਿ ਐ ਪਿਆਰਿਆ ਤੂੰ ਵੀ ਸਭ ਨਾਲ ਪ੍ਰੇਮ ਕਰ ਜੇ ਅੱਗਿਓਂ ਪ੍ਰੇਮ ਚਾਹੁੰਦਾ ਹੈ। ਜੇ ਤੂੰ ਕਿਸੇ ਨੂੰ ਡਰਾ ਕੇ ਪ੍ਰੇਮ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸੱਚਾ ਪ੍ਰੇਮ ਨਹੀਂ ਹੋਏਗਾ, ਉਹ ਸੱਚੀ ਮੁਹੱਬਤ ਨਹੀਂ ਹੋਏਗੀ। ਹੁਣ ਜ਼ਰਾ ਤੁਸੀਂ ਆਪ ਸੋਚੋ ਕਿ ਇੱਕ ਆਦਮੀ ਆਵੇ ਤੁਹਾਨੂੰ ਡਰਾ ਕੇ ਕਹੇ ਮੇਰੇ ਨਾਲ ਪਿਆਰ ਕਰ, ਤੁਸੀਂ ਕਰ ਸਕਦੇ ਹੋ? ਨਹੀਂ, ਕਿਉਂਕਿ ਡਰ ਦੇ ਨਾਲ ਅਸੀਂ ਕਿਸੇ ਨਾਲ ਪ੍ਰੇਮ ਨਹੀਂ ਕਰ ਸਕਦੇ। ਪ੍ਰੇਮ ਦਾ ਮਤਲਬ ਹੈ ਕਿ ਜਿੱਥੇ ਅੰਦਰ ਖੁਸ਼ੀ ਹੋਵੇ, ਜਿੱਥੇ ਅੰਦਰ ਆਨੰਦ ਹੋਵੇ, ਜਿੱਥੇ ਅੰਦਰ ਸ਼ਾਂਤੀ ਹੋਵੇ। ਹੁਣ ਅਗਰ ਅਸੀਂ ਪ੍ਰੇਮ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਫਿਰ ਲੋਕਾਂ ਨੂੰ ਡਰਾਉਣਾ ਬੰਦ ਕਰੀਏ। ਕਈ ਵਾਰ ਦੇਖਿਆ ਕਿ ਮਾਤਾ ਪਿਤਾ ਬੱਚੇ ਨੂੰ ਡਰਾਉਂਦੇ ਹੈ ਔਰ ਫਿਰ ਆਸ ਰੱਖਦੇ ਕਿ ਬੱਚਾ ਸਾਡੇ ਨਾਲ ਪਿਆਰ ਕਰੇ। ਤਾਂ ਜਿਹੜਾ ਬੱਚਾ ਹਾਲੇ ਛੋਟਾ ਹੈ ਤੁਸੀਂ ਉਹਨੂੰ ਡਰਾ ਕੇ ਉਹਦੇ ਕੋਲ ਪ੍ਰੇਮ ਲੈਣਾ ਚਾਹੁੰਦੇ ਹੋ ਤਾਂ ਡਰ ਦੇ ਨਾਲ ਤੁਹਾਡੀ ਗੱਲ ਤਾਂ ਜ਼ਰੂਰ ਉਹ ਮੰਨੇਗਾ ਕਿ ਜੇ ਮੈਂ ਗੱਲ ਨਾ ਮੰਨੀ ਮੈਨੂੰ ਮਾਰ ਪਏਗੀ। ਪਰ ਇਹ ਗੱਲ ਯਾਦ ਰੱਖੋ ਕਿ ਜਿੰਨਾ ਮਾਤਾ ਪਿਤਾ ਬੱਚੇ ਨੂੰ ਡਰਾਉਂਦੇ ਰਹਿੰਦੇ ਆ ਨਾ, ਉਨੇ ਹੀ ਬੱਚੇ ਬੜੇ ਹੋ ਕੇ ਉਹਨਾਂ ਦੇ ਵਿਰੋਧ ਖੜੇ ਹੋ ਜਾਂਦੇ ਹੈ ਔਰ ਬੱਚਿਆਂ ਦੇ ਦਿਲਾਂ 'ਚ ਪਿਆਰ ਨਹੀਂ ਰਹਿੰਦਾ, ਉਹ ਪ੍ਰੇਮ ਖਤਮ ਹੋ ਜਾਂਦਾ ਹੈ। ਕਿਉਂਕਿ ਅਸੀਂ ਕਿਸੇ ਦੇ ਉੱਤੇ ਦਬਾਅ ਪਾ ਕੇ, ਕਿਸੇ ਨਾਲ ਜ਼ਬਰਦਸਤੀ ਕਰਕੇ ਅਸੀਂ ਉਹਦੇ ਕੋਲੋਂ ਪਿਆਰ ਨਹੀਂ ਲੈ ਸਕਦੇ। ਇਸ ਲਈ ਅਰਸਤੂ ਕਹਿੰਦੇ ਇਹ ਸਮਝ ਕਿ ਜੇ ਤੂੰ ਪਿਆਰ ਚਾਹੁੰਦਾ ਆ ਤਾਂ ਲੋਕਾਂ ਨਾਲ ਪਿਆਰ ਕਰਨਾ ਸਿੱਖ, ਕਿਸੇ ਨੂੰ ਡਰਾ ਨਾ ਆਪਣੀ ਤਾਕਤ ਨਾਲ ਕਿਸੇ ਨੂੰ ਡਰਾ। ਕਿਉਂਕਿ ਕਈਆਂ ਨੇ ਆਪਣੇ ਜ਼ੋਰ ਨਾਲ ਬੰਦੇ ਨੂੰ ਡਰਾ ਦਿੰਦੇ ਆ ਕਿ ਦੇਖ ਵਿੱਚ ਕਿੰਨਾ ਬਲ ਤੂੰ ਕਮਜ਼ੋਰ। ਕਈ ਆਪਣੇ ਪੈਸੇ ਨਾਲ ਲੋਕਾਂ ਨੂੰ ਡਰਾ ਦਿੰਦੇ ਆ, ਕੋਈ ਆਪਣੀ ਪਦਵੀ ਨਾਲ ਲੋਕਾਂ ਨੂੰ ਡਰਾ ਦਿੰਦਾ ਹੈ, ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਹਥਿਆਰ ਨਾਲ ਲੋਕਾਂ ਨੂੰ ਡਰਾਉਂਦਾ ਹੈ। ਪਰ ਜਿੱਥੇ ਦੂਜੇ ਨੂੰ ਡਰਾਉਣ ਦੀ ਭਾਵਨਾ ਆ ਗਈ ਉੱਥੇ ਅਸੀਂ ਉਹਦੇ ਦਿਲ 'ਚੋਂ ਆਪਣੀ ਇੱਜ਼ਤ ਔਰ ਆਪਣਾ ਪਿਆਰ ਹਮੇਸ਼ਾ ਵਾਸਤੇ ਗਵਾ ਦਿੰਦੇ ਹਾਂ। ਇਸੇ ਲਈ ਤਾਂ ਅਰਸਤੂ ਨੇ ਕਿਹਾ ਸੀ ਕਿ ਜੇ ਮੇਰੇ ਕੋਲ ਆਣਾ ਹੈ ਤਾਂ ਪ੍ਰੇਮ ਨਾਲ ਆਓ, ਕਿਸੇ ਡਰ ਨਾਲ ਨਾ ਆਓ। ਕਿਉਂਕਿ ਡਰ ਨਾਲ ਆਓਗੇ ਤਾਂ ਉਹ ਆਣਾ ਤੁਹਾਡਾ ਸੱਚਾ ਨਹੀਂ ਹੋਏਗਾ। ਜਦੋਂ ਪ੍ਰੇਮ ਨਾਲ ਆਓਗੇ ਤਾਂ ਤੁਸੀਂ ਪ੍ਰੇਮ ਨਾਲ ਆ ਕੇ ਹੀ ਮੇਰੇ ਨਾਲ ਜੁੜ ਸਕਦੇ ਹੋ। ਇਸ ਲਈ ਜ਼ਿਆਦਾਤਰ ਇਨਸਾਨ ਕਈ ਵਾਰ ਕਹਿੰਦੇ ਐ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਪਰ ਰੱਬ ਨਾਲ ਸਾਡੀ ਤਾਰ ਕਿਉਂ ਨਹੀਂ ਜੁੜਦੀ। ਤਾਂ ਅਸੀਂ ਉੱਥੇ ਵੀ ਕਵਾਂਗੇ ਇੱਕ ਵਾਰ ਆਪਣੇ ਅੰਦਰ ਚੈੱਕ ਕਰੋ ਕਿ ਜੇ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਤਾਂ ਕਿਤੇ ਅੰਦਰ ਡਰ ਤਾਂ ਨਹੀਂ ਗਾ ਉਹਦਾ, ਕਿਤੇ ਰੱਬ ਤੋਂ ਡਰਦੇ ਤਾਂ ਨਹੀਂ। ਜਰਾ ਗੌਰ ਕਰਨਾ, ਡਰ ਦਾ ਮਤਲਬ ਕੀ ਕਿ ਰੱਬ ਮੈਨੂੰ ਸਜ਼ਾ ਦੇਵੇਗਾ, ਰੱਬ ਮੈਨੂੰ ਮਾਰੇਗਾ। ਉਹ ਕਹਿੰਦੇ ਡਰ। ਹੁਣ ਇੱਥੇ ਇੱਕ ਕਬੀਰ ਸਾਹਿਬ ਦੇ ਵਚਨ ਦੇ ਨਾਲ ਤੁਹਾਨੂੰ ਹੋਰ ਗੱਲ ਕਲੀਅਰ ਕਰਾਂਗੇ ਕਿ ਇੱਕ ਡਰ ਹੁੰਦਾ ਹੈ ਸਜ਼ਾ ਦਾ। ਜਿਹਦਾ ਕਬੀਰ ਸਾਹਿਬ ਨੇ ਕਿਹਾ ਹੈ ਕਿ ਪ੍ਰੇਮੀ ਅੰਦਰ 4 ਗੁਣ ਹੁੰਦੇ ਹੈ, ਡਰੇ ਸਦਾ
ਚਾਹੇ ਨਾ ਕੁਛ ਸਹਿ ਸਦਾ ਜੋ ਹੋਏ, ਖੁਸ਼ੀ ਗੁਰੂ ਕੀ ਚਾਹਤਾ ਪ੍ਰੇਮ ਕਹਾਵੇ ਸੋਏ। ਪਰ ਇੱਥੇ ਜਿਹੜੇ ਡਰ ਦੀ ਗੱਲ ਕਬੀਰ ਸਾਹਿਬ ਨੇ ਕੀਤੀ ਉਹਨੂੰ ਪਹਿਲਾਂ ਸਮਝ ਲਈਏ ਥੋੜਾ ਜਿਹਾ, ਕਿ ਡਰ ਇੱਕ ਹੁੰਦਾ ਹੈ ਸਜ਼ਾ ਦਾ, ਇੱਕ ਹੁੰਦਾ ਡਰ ਸਜ਼ਾ ਦਾ। ਪਰ ਇੱਥੇ ਕਬੀਰ ਸਾਹਿਬ ਕਹਿੰਦੇ ਇੱਕ ਡਰ ਹੁੰਦਾ ਹੈ ਇੱਕ ਆਸ਼ਿਕ ਨੂੰ ਆਪਣੇ ਮੁਰਸ਼ਿਦ ਤੋਂ ਦੂਰ ਜਾਣ ਦਾ। ਉਹ ਪ੍ਰੇਮ ਹੀ ਇੰਨਾ ਕਰਦਾ ਹੈ, ਉਹ ਇਸ਼ਕ ਹੀ ਇੰਨਾ ਕਰਦਾ ਕਿ ਉਹਦੇ ਤੇ ਡਰ ਰਹਿੰਦਾ ਕਿ ਕਿਤੇ ਮੈਂ ਆਪਣੇ ਪਿਆਰੇ ਤੋਂ ਦੂਰ ਨਾ ਹੋ ਜਾਵਾਂ। ਉਹ ਡਰ ਇੱਕ ਆਸ਼ਿਕ ਦਾ ਹੈ। ਉੱਥੇ ਕੋਈ ਸਜ਼ਾ ਦਾ ਡਰ ਨਹੀਂ ਹੈ, ਉੱਥੇ ਕੋਈ ਹੋਰ ਡਰ ਨਹੀਂ ਹੈ ਕਿ ਅਗਰ ਮੈਂ ਆਹ ਕੰਮ ਕੀਤਾ ਤਾਂ ਮੈਨੂੰ ਅੱਗ 'ਚ ਸਾੜਿਆ ਜਾਏਗਾ, ਜਾਂ ਮੈਨੂੰ ਤੇਲ ਦੇ ਕੜਾਹੀਆਂ 'ਚ ਤਲਿਆ ਜਾਏਗਾ, ਜਾਂ ਮੈਨੂੰ ਉਲਟਾ ਲਟਕਾਇਆ ਜਾਏਗਾ। ਕਿਉਂਕਿ ਇੱਕ ਤਾਂ ਡਰ ਜਿੱਦਾਂ ਦੱਸਿਆ ਕਿ ਨਰਕਾਂ ਵਿੱਚ ਦੱਸਿਆ ਜਾਂਦਾ ਹੈ ਕਿ ਅਗਰ ਤੁਸੀਂ ਪਾਪ ਕਰਮ ਕੀਤਾ, ਈਸ਼ਵਰ ਦੀ ਗੱਲ ਨਾ ਮੰਨੀ, ਤੁਹਾਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਣੀ ਹੈ। ਉਹ ਕਹਿੰਦੇ ਇਦਾਂ ਦਾ ਡਰ ਤੈਨੂੰ ਪ੍ਰਮਾਤਮਾ ਨਾਲ ਕਦੀ ਨਹੀਂ ਜੋੜ ਸਕਦਾ। ਹਾਂ, ਜੇ ਤੇਰੇ ਅੰਦਰ ਇਸ਼ਕ ਹੈ, ਇੱਕ ਆਸ਼ਿਕ ਨੂੰ ਵੀ ਡਰ ਹੁੰਦਾ ਹੈ, ਔਰ ਆਸ਼ਿਕ ਨੂੰ ਡਰ ਹੁੰਦਾ ਹੈ ਆਪਣੇ ਮਹਿਬੂਬ ਤੋਂ ਦੂਰ ਹੋਣ ਦਾ। ਇਸ ਲਈ ਉਹ ਡਰ ਇੱਕ ਅਲੱਗ ਚੀਜ਼ ਹੈ, ਪਰ ਸਜ਼ਾ ਦਾ ਡਰ ਜਾਂ ਕਿਸੇ ਹੋਰ ਚੀਜ਼ ਦਾ ਡਰ ਉਹ ਚੀਜ਼ ਅਲੱਗ ਚੀਜ਼ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਡਰੇ ਸਦਾ ਚਾਹੇ ਨਾ ਕੁਛ, ਕਿ ਇੱਕ ਆਸ਼ਿਕ ਦੀ ਕੋਈ ਆਪਣੀ ਚਾਹਤ ਨਹੀਂ ਹੁੰਦੀ। ਸਹਿ ਸਦਾ ਜੋ ਹੋਏ, ਡਰੇ ਸਦਾ ਚਾਹੇ ਨਾ ਕੁਛ ਸਹਿ ਸਦਾ ਜੋ ਹੋਏ, ਔਰ ਜੋ ਵੀ ਉਹਦੇ ਜੀਵਨ 'ਚ ਹੁੰਦਾ ਉਹ ਕਹਿੰਦਾ ਤੇਰਾ ਭਾਣਾ ਮਿੱਠਾ ਲਾਗੇ। ਕਿਉਂਕਿ ਇੱਥੇ ਅਸੀਂ ਕਬੀਰ ਸਾਹਿਬ ਦੇ ਸ਼ਲੋਕ ਦੀ ਗਹਿਰਾਈ ਦੀ ਤਰਫ ਨਹੀਂ ਜਾਵਾਂਗੇ, ਕਿਉਂਕਿ ਗੱਲ ਅਰਸਤੂ ਦੀ ਕਰਨੀ ਹੈ, ਸੂਤਰਾਂ ਦੀ। ਇਸ ਲਈ ਇੱਥੇ ਤਾਂ ਸਿਰਫ ਇਸ਼ਾਰਾ ਕਰ ਰਹੇ ਕਿ ਕਬੀਰ ਸਾਹਿਬ ਨੇ ਵੀ ਕਿਹਾ ਹੈ ਡਰੇ ਸਦਾ ਚਾਹੇ ਨਾ ਕੁਛ ਸਹਿ ਸਦਾ ਜੋ ਹੋਏ, ਖੁਸ਼ੀ ਗੁਰੂ ਕੀ ਚਾਹਤਾ ਪ੍ਰੇਮ ਕਹਾਵੇ ਸੋਏ। ਕਿ ਇੱਕ ਆਸ਼ਿਕ, ਇੱਕ ਗੁਰਸਿੱਖ ਤਾਂ ਹਮੇਸ਼ਾ ਆਪਣੇ ਗੁਰੂ ਦੀ ਖੁਸ਼ੀ ਚਾਹੁੰਦਾ। ਉਹ ਕਹਿੰਦਾ ਮੇਰੀ ਕੋਈ ਖੁਸ਼ੀ ਨਹੀਂ, ਬਸ ਮੇਰੀ ਖੁਸ਼ੀ ਤਾਂ ਮੇਰੇ ਯਾਰ ਦੀ ਖੁਸ਼ੀ 'ਚ ਹੈ, ਮੇਰੇ ਮੁਰਸ਼ਿਦ ਦੀ ਖੁਸ਼ੀ 'ਚ ਹੈ। ਕਬੀਰ ਸਾਹਿਬ ਕਹਿੰਦੇ ਪ੍ਰੇਮ ਕਹਾਵੇ ਸੋਏ, ਉਹ ਹੁੰਦਾ ਸੇਵਕ ਦਾ ਪ੍ਰੇਮ ਆਪਣੇ ਗੁਰੂ ਦੇ ਨਾਲ। ਪਰ ਇੱਥੇ ਅਰਸਤੂ ਜੋ ਕਹਿ ਰਹੇ ਹੈ ਪਹਿਲਾ ਸੂਤਰ, ਕਿ ਜਿਹਦੇ ਤੋਂ ਤੁਸੀਂ ਡਰਦੇ ਹੋ ਉਹਦੇ ਨਾਲ ਤੁਸੀਂ ਕਦੀ ਪ੍ਰੇਮ ਨਹੀਂ ਕਰ ਸਕਦੇ। ਇਸ ਲਈ ਉਹ ਕਹਿੰਦੇ ਹੈ ਕਿ ਜੇ ਤੁਸੀਂ ਪ੍ਰਭੂ ਨਾਲ ਪ੍ਰੇਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਡਰ ਖਤਮ ਕਰੋ, ਪ੍ਰੇਮ ਕਰਨਾ ਸਿੱਖੋ, ਮੁਹੱਬਤ ਕਰਨੀ ਸਿੱਖੋ, ਉਹਦਾ ਡਰਨਾ ਆਪਣੇ ਅੰਦਰ ਪਾਲੋ। ਕਿਉਂਕਿ ਉਹ ਕਹਿੰਦੇ ਉਹ ਕੋਈ ਥਾਣੇਦਾਰ ਨਹੀਂ ਹੈ ਜਿਹਨਾਂ ਤੈਨੂੰ ਕੋਈ ਸਜ਼ਾ ਦੇਣੀ ਹੈ ਕਿ ਅਸੀਂ ਡਰੀਏ। ਹਾਂ, ਅਸੀਂ ਪ੍ਰੇਮ ਕਰੀਏ। ਪ੍ਰੇਮ ਦੇ ਵਿੱਚ ਜੋ ਫਿਕਰ ਹੁੰਦੀ ਹੈ ਆਪਣੇ ਪਿਆਰੇ ਦੀ, ਕਿਉਂਕਿ ਇੱਕ ਪ੍ਰੇਮੀ ਕਿਹਨੂੰ ਕਿਹਾ ਜਾਂਦਾ, ਜੋ ਧਿਆਨ ਰੱਖਦਾ ਹੈ ਕਿ ਮੇਰਾ ਪਿਆਰਾ ਜਿਹਨੂੰ ਮੈਂ ਪਿਆਰ ਕਰਦਾ ਸਦਾ ਖੁਸ਼ ਰਵੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਹਦੀ ਪਸੰਦ ਦਾ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਬੋਲੋ ਕਰਦੇ ਹੋ ਜਾਂ ਨਹੀਂ? ਉਹ ਤੁਹਾਨੂੰ ਕਹਿ ਦੇਵੇ ਆਹ ਰੰਗ ਤੇਤੇ ਬੜਾ ਜੱਚਦਾ ਹੈ, ਮੈਨੂੰ ਬੜਾ ਪਸੰਦ ਹੈ, ਤੁਸੀਂ ਉਹੀ ਰੰਗ ਪਾ ਕੇ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਨੀ ਹੈ। ਜੇ ਤੁਸੀਂ ਉਹਨੂੰ ਪੁੱਛੋ ਤੈਨੂੰ ਕੀ ਪਸੰਦ ਹੈ, ਭਾਈ ਮੈਨੂੰ ਆਹ ਚੀਜ਼ ਪਸੰਦ ਹੈ, ਤੁਸੀਂ ਉਹੀ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਜੇ ਅਸੀਂ ਪ੍ਰਭੂ ਨੂੰ ਪ੍ਰੇਮ ਕਰਦੇ ਹਾਂ ਕਿ ਪ੍ਰਭੂ ਮੈਂ ਤੈਨੂੰ ਪ੍ਰੇਮ ਕਰਦਾ ਹਾਂ, ਤੇਰੀ ਖੁਸ਼ੀ ਵਿੱਚ ਮੈਂ ਖੁਸ਼ ਹਾਂ, ਤਾਂ ਅਸੀਂ ਇਹ ਵੀ ਧਿਆਨ ਰੱਖਣਾ ਕਿ ਮੇਰੇ ਪਰਮਾਤਮਾ ਨੂੰ ਕਿਹੜੀ ਚੀਜ਼ ਪਸੰਦ ਹੈ। ਜੇ ਮੇਰੇ ਪ੍ਰਭੂ ਨੂੰ ਪਸੰਦ ਹੈ ਤੂੰ ਸਭ ਨਾਲ ਪ੍ਰੇਮ ਕਰਨਾ ਹੈ ਤਾਂ ਮੈਂ ਸਭ ਨਾਲ ਪ੍ਰੇਮ ਕਰਨਾ ਹੈ। ਜੇ ਮੇਰੇ ਪ੍ਰਭੂ ਨੂੰ ਪਸੰਦ ਹੈ ਕਿਸੇ ਨਾਲ ਨਫ਼ਰਤ ਨਾ ਕਰ ਤਾਂ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਜੇ ਮੇਰੇ ਪ੍ਰਭੂ ਨੂੰ ਪਸੰਦ ਹੈ ਸਭ ਦੀ ਫਿਕਰ ਕਰ, ਸਭ ਤੇ ਦਇਆ ਕਰ ਤਾਂ ਮੈਂ ਸਭ ਤੇ ਦਇਆ ਕਰਨੀ ਹੈ। ਕਿਉਂਕਿ ਜੋ ਮੇਰੇ ਪ੍ਰਭੂ ਨੂੰ ਪਸੰਦ ਆ ਮੈਂ ਉਹੀ ਬਣਨ ਦੀ ਕੋਸ਼ਿਸ਼ ਕਰਨੀ ਹੈ। ਇਸ ਲਈ ਜਦੋਂ ਇਨਸਾਨ ਪ੍ਰਭੂ ਨਾਲ ਪ੍ਰੇਮ ਕਰਕੇ ਉਹਦੀ ਖੁਸ਼ੀ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੇਗਾ ਤਾਂ ਫਿਰ ਦੁਨੀਆ ਦੇ ਉੱਪਰ ਖੁਸ਼ੀਆਂ ਖੁਸ਼ੀਆਂ ਹੋਣਗੀਆਂ, ਦੁਨੀਆ ਦੇ ਉੱਪਰ ਆਨੰਦ ਹੀ ਆਨੰਦ ਹੋਏਗਾ। ਕਿਉਂਕਿ ਜਿਹੜਾ ਉਸ ਮਾਲਿਕ ਦੀ ਪ੍ਰਮਾਤਮਾ ਪ੍ਰਭੂ ਦੀ ਖੁਸ਼ੀ ਨੂੰ ਲੈ ਕੇ ਚਲੇਗਾ ਫਿਰ ਉਹਦੇ ਜੀਵਨ 'ਚ ਨਫ਼ਰਤ ਵੈਰ ਵਿਰੋਧ ਤਾਂ ਕਿਸੇ ਵਾਸਤੇ ਬੁਰੀ ਭਾਵਨਾ ਹੋ ਹੀ ਨਹੀਂ ਸਕਦੀ। ਕਿਉਂਕਿ ਪਤਾ ਹੈ ਕਿ ਇਹ ਬੁਰਾਈ ਮੇਰੇ ਅੰਦਰ ਆਈ ਤਾਂ ਮੇਰੇ ਪ੍ਰੇਮੀ ਯਾਨੀ ਮੇਰੇ ਮਹਿਬੂਬ ਪ੍ਰਭੂ ਨੂੰ ਪਸੰਦ ਨਹੀਂ ਆਣੀ। ਇਸ ਲਈ ਉਹ ਕਦੀ ਆਪਣੇ ਜੀਵਨ 'ਚ ਉਹ ਗੱਲ ਆਣ ਹੀ ਨਹੀਂ ਦਿੰਦਾ ਜਿਹੜੀ ਉਹਨੂੰ ਪ੍ਰਮਾਤਮਾ ਤੋਂ ਦੂਰ ਕਰ ਦੇਵੇ। ਇਸ ਲਈ ਪ੍ਰਮਾਤਮਾ ਨਾਲ ਪ੍ਰੇਮ ਕਰੋ ਔਰ ਪ੍ਰੇਮ ਕਰਕੇ ਉਹਦੀ ਖੁਸ਼ੀ ਦੇ ਮਾਰਗ ਨੂੰ ਜਾਣੋ ਕਿ ਮੇਰਾ ਮਹਿਬੂਬ ਹੈ ਉਹ ਕਿਹੜੀ ਚੀਜ਼ 'ਚ ਖੁਸ਼ ਹੈ। ਜੋ ਤੁਝੇ ਪਸੰਦ ਆਏ ਵही रूप मैं बना लूं, मेरी जिंदगी के मालिक तेरा हुक्म कैसे टालूं। कि ऐ मेरी जिंदगी दे मालिक, ये जिंदगी ये जीवन देने वाला तू है, तेरा हुक्म मैं कदी टाल नहीं सकदा। बस तू दस दे तेनू की पसंद है, क्योंकि जो तुझे पसंद आए वही रूप मैं बना लूं, मैं वही रूप बनाने नूं तैयार हां। ये हुंदी है आशिकां दी गल। इसलिए जे किसी कोलों प्रेम लेना तो डरा के नहीं असीं लै सकदे, किसी नूं मजबूर करके नहीं लै सकदे, बल्कि प्रेम दे के ही असीं अग्गों प्रेम लै सकते हैं। इसलिए रस्तू का पहला सूत्र समझ लेना कि तुसी जित तो डरदे उहदे नाल प्रेम नहीं कर सकते। बोलो समझदे हो कि नहीं? जिस तरह अभी जदों छोटा सी उहदी गल दस दईए, जदों छोटा सी तां उहनूं पुछया तू मालकां तो डरदा है?
ਕਹਿੰਦਾ ਨਹੀਂ, ਮੈਂ ਨਹੀਂ ਮਾਲਕਾਂ ਨੂੰ ਡਰਦਾ, ਮੈਂ ਨਹੀਂ ਮਾਲਕਾਂ ਨੂੰ ਡਰਦਾ। ਤਾਂ ਹੁਣ ਉਹਨੂੰ ਪੁੱਛਿਆ ਕਿਉਂ ਨਹੀਂ ਡਰਦਾ? ਕਹਿੰਦਾ ਮੈਂ ਮਾਲਕਾਂ ਨੂੰ ਪਿਆਰ ਕਰਦਾ। ਡਰਦਾ ਕਿੱਥੋਂ ਮੈਂ? ਡਰ ਤਾਂ ਮੈਨੂੰ ਸੱਪ ਤੋਂ ਲੱਗਦਾ ਹੈ, ਡਰ ਤਾਂ ਮੈਨੂੰ ਚੂਹੇ ਤੋਂ ਲੱਗਦਾ ਹੈ, ਡਰ ਤਾਂ ਮੈਨੂੰ ਭੂਤਾਂ ਤੋਂ ਲੱਗਦਾ ਹੈ, ਮਾਲਕਾਂ ਤੋਂ ਮੈਂ ਨਹੀਂ ਡਰਦਾ। ਇੱਕ ਬੱਚੇ ਦੀ ਇਹ ਭਾਵਨਾ ਹੈ। ਇੱਥੇ ਦੱਸਣਾ ਕੀ ਚਾਹਾਂਗੇ ਕਿ ਉਹਦੇ ਕਹਿਣ ਦੇ ਮਤਲਬ ਕੀ ਸੀ ਕਿ ਮੈਂ ਮਾਲਕਾਂ ਨੂੰ ਪਿਆਰ ਕਰਦਾ, ਮੈਂ ਡਰਦਾ ਨਹੀਂ ਹਾਂ। ਹੁਣ ਅਸੀਂ ਡਰਦੇ ਕਿਤੋਂ? ਬੁਰੀ ਚੀਜ਼ ਤੋਂ ਡਰਦੇ ਜਿਹੜਾ ਸਾਨੂੰ ਨੁਕਸਾਨ ਪਹੁੰਚਾਵੇ, ਉਹ ਤੋਂ ਡਰਦੇ ਨਾ ਅਸੀਂ। ਰਸਤੇ ਸੱਪ ਤੁਰਿਆ ਜਾ ਰਿਹਾ ਹੈ, ਤੁਸੀਂ ਸੱਪ ਨੂੰ ਦੇਖ ਕੇ ਕਿਉਂ ਰੁਕ ਜਾਂਦੇ ਹੋ? ਡਰਦੇ ਕਿਉਂ ਕਿ ਸੱਪ ਮੇਰਾ ਨੁਕਸਾਨ ਕਰ ਸਕਦਾ ਹੈ। ਜੇ ਤੇ ਪੈਰ ਰੱਖ ਹੋ ਗਿਆ ਜਾਂ ਇਹਨਾਂ ਕਿਤੇ ਮੈਨੂੰ ਡਸ ਲਿਆ ਤਾਂ ਮੇਰੀ ਮੌਤ ਹੋ ਸਕਦੀ ਹੈ। ਜੇ ਇੱਕ ਇਨਸਾਨ ਛੋਟੀ ਜਿਹੀ ਮਧੌੜੀ ਤੋਂ, ਮਧੂ ਮੱਖੀ ਤੋਂ ਵੀ ਡਰਦਾ ਹੈ ਤਾਂ ਜਰਾ ਦੇਖੋ ਕਿਉਂ? ਕਿਉਂਕਿ ਇਹ ਡੰਕ ਮਾਰਤਾ ਤਾਂ ਮੈਨੂੰ ਤਕਲੀਫ ਹੋਣੀ ਹੈ। ਇਸੇ ਤਰ੍ਹਾਂ ਇਨਸਾਨ ਕੁੱਤੇ ਤੋਂ ਡਰਦਾ ਹੈ, ਇਸੇ ਤਰ੍ਹਾਂ ਇਨਸਾਨ ਸ਼ੇਰ ਚੀਤੇ ਤੋਂ ਡਰਦਾ ਹੈ, ਕਿਉਂਕਿ ਪਿੱਛੇ ਇੱਕ ਨੁਕਸਾਨ ਜੁੜਿਆ ਹੋਇਆ ਹੈ ਕਿ ਇਹ ਚੀਜ਼ ਮੈਨੂੰ ਨੁਕਸਾਨ ਦੇ ਸਕਦੀ ਹੈ। ਪਰ ਜਿੱਥੇ ਨੁਕਸਾਨ ਦੀ ਭਾਵਨਾ ਨਾ ਹੋਵੇ, ਡਰ ਦੀ ਭਾਵਨਾ ਨਾ ਹੋਵੇ, ਉੱਥੇ ਪ੍ਰੇਮ ਹੁੰਦਾ ਹੈ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਹੁਣ ਇਹਨੂੰ ਇਦਾਂ ਵੀ ਸਮਝ ਲਓ ਕਿ ਇੱਕ ਇਨਸਾਨ ਅਵਾਰਾ ਕੁੱਤਾ ਹੁੰਦਾ, ਬੰਦਾ ਡਰਦਾ ਹੈ ਕਿਉਂ? ਇਹ ਮੈਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਇੱਕ ਸਾਡਾ ਪਾਲਤੂ ਕੁੱਤਾ ਹੁੰਦਾ, ਪਤਾ ਹੈ ਕਿ ਇਹਨਾਂ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਅਸੀਂ ਉਹਨੂੰ ਆਪਣੀ ਗੋਦ 'ਚ ਵੀ ਪਿਆਰ ਨਾਲ ਬਿਠਾ ਲੈਂਦੇ, ਉਹਨੂੰ ਪਿਆਰ ਕਰਦੇ ਹਾਂ ਅਸੀਂ। ਨਹੀਂ ਤਾਂ ਬੰਦਾ ਸੋਚੇ ਭਾਈ ਕੁੱਤੇ ਨੂੰ ਪਿਆਰ ਕਰਦਾ, ਆਪਣੇ ਨੂੰ ਕਰਦਾ, ਉਹ ਅਵਾਰਾ ਕੁੱਤਾ ਉਹਨੂੰ ਵੀ ਗੋਦ 'ਚ ਬਿਠਾ। ਬੰਦਾ ਕਹਿੰਦਾ ਪਤਾ ਹੀ ਨਹੀਂ ਉਹਦਾ, ਮੈਨੂੰ ਕਿਤੇ ਕੱਟ ਹੀ ਨਾ ਲਵੇ, ਕਿਤੇ ਦੰਦ ਹੀ ਨਾ ਮਾਰ ਦੇਵੇ। ਹੁਣ ਜਿੱਥੇ ਕੋਈ ਆਹ ਚੀਜ਼ ਹੋ ਗਈ ਕਿ ਇਹ ਤੋਂ ਮੇਰਾ ਨੁਕਸਾਨ ਹੋ ਸਕਦਾ ਹੈ, ਉੱਥੇ ਡਰ ਹੁੰਦਾ ਹੈ। ਤਾਂ ਜਿੱਥੇ ਇਹ ਚੀਜ਼ ਮੇਰਾ ਕੋਈ ਨੁਕਸਾਨ ਨਹੀਂ ਕਰੇਗੀ ਬਲਕਿ ਮੈਨੂੰ ਖੁਸ਼ੀ ਦੇਗੀ, ਉੱਥੇ ਹੀ ਪ੍ਰੇਮ ਹੁੰਦਾ ਹੈ। ਸਮਝ ਆ ਗਈ ਕਿ ਨਹੀਂ? ਹੁਣ ਅਸੀਂ ਆਪਣੇ ਰੱਬ ਨਾਲ ਪ੍ਰੇਮ ਕਰਨਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਮਾਲਿਕ, ਸਾਡਾ ਪਰਮਾਤਮਾ, ਉਹ ਸਾਡਾ ਨੁਕਸਾਨ ਨਹੀਂ ਕਰ ਸਕਦਾ, ਸਾਨੂੰ ਕੋਈ ਤਕਲੀਫ ਨਹੀਂ ਦੇ ਸਕਦਾ। ਉਹਨੇ ਤਾਂ ਸਾਨੂੰ ਪਿਆਰ ਕਰਨਾ ਹੈ, ਉਹ ਸਾਨੂੰ ਖੁਸ਼ੀ ਦੇਗਾ, ਉਹ ਸਾਡੇ ਜੀਵਨ 'ਚ ਆਨੰਦ ਦੇਗਾ। ਮੈਂ ਇਸ ਤਰ੍ਹਾਂ ਪਿਆਰ ਕਰਨਾ ਹੈ। ਇਸ ਲਈ ਆਪਣਾ ਜੀਵਨ ਵੀ ਤੁਸੀਂ ਐਸਾ ਬਣਾਓ ਕਿ ਦੂਜਿਆਂ ਨੂੰ ਵੀ ਤੁਹਾਡੇ ਤੋਂ ਜੇ ਤਕਲੀਫ ਦੇਣ ਦੀ ਭਾਵਨਾ ਨਜ਼ਰ ਆਏਗੀ ਤਾਂ ਫਿਰ ਤੁਹਾਡੇ ਉਹਦੇ ਮਨ 'ਚ ਤੁਹਾਡੇ ਵਾਸਤੇ ਡਰ ਪੈਦਾ ਹੋਏਗਾ ਕਿ ਇਹ ਬੰਦਾ। ਹੁਣ ਤੁਸੀਂ ਬੁਰਿਆਂ ਤੋਂ ਕਿਉਂ ਡਰਦੇ ਹੋ? ਜੇ ਕੋਈ ਬੁਰਾ ਆਦਮੀ ਪਿਸਤੌਲ ਲੈ ਕੇ ਤੁਰਿਆ ਹੋਵੇ, ਡਰਦੇ ਕਿਉਂ? ਕਿਉਂਕਿ ਤੁਹਾਨੂੰ ਪਤਾ ਹੈ ਇਹ ਮੇਰਾ ਨੁਕਸਾਨ ਕਰ ਸਕਦਾ ਹੈ। ਰਾਤ ਨੂੰ ਬੰਦਾ ਖਿੜਕੀਆਂ ਦਰਵਾਜ਼ੇ ਬੰਦ ਕਰ ਲੈਂਦਾ ਕਿ ਚੋਰ ਨਾ ਆ ਜਾਣ, ਕਿਉਂਕਿ ਪਤਾ ਕਿ ਬੁਰਾ ਆਦਮੀ ਆ ਗਿਆ ਤਾਂ ਮੇਰਾ ਨੁਕਸਾਨ ਕਰ ਸਕਦਾ ਹੈ, ਇਸ ਲਈ ਉਹਨਾਂ ਤੋਂ ਡਰ ਲੱਗਦਾ ਹੈ। ਤਾਂ ਜੇ ਰਾਤ ਨੂੰ ਸਾਡਾ ਕੋਈ ਸੱਜਣ ਮਿੱਤਰ ਆਵੇ ਤਾਂ ਅਸੀਂ ਆਪ ਦਰਵਾਜ਼ਾ ਖੋਲ ਕੇ ਉਹਨੂੰ ਅੰਦਰ ਲਿਆਉਂਦੇ ਹਾਂ, ਕਿਉਂਕਿ ਪਤਾ ਹੈ ਇਹ ਨਾ ਮੇਰਾ ਕੋਈ ਨੁਕਸਾਨ ਨਹੀਂ ਕਰਨਾ, ਬਲਕਿ ਇਹ ਮੇਰਾ ਪਿਆਰਾ ਹੈ, ਕੋਈ ਫਾਇਦੇ ਦੀ ਚੀਜ਼ ਹੀ ਲੈ ਕੇ ਆਏਗਾ। ਉਹਦੇ ਵਾਸਤੇ ਸਾਡੇ ਦਰਵਾਜ਼ੇ ਅੱਧੀ ਰਾਤ ਨੂੰ ਵੀ ਖੁੱਲ ਜਾਂਦੇ ਹੈ। ਹੁਣ ਇੱਥੋਂ ਕੀ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਆਪਣਾ ਜੀਵਨ ਇਦਾਂ ਦਾ ਬਣਾ ਦੇਵਾਂਗੇ ਕਿ ਦੂਜਿਆਂ ਨੂੰ ਸਾਡੇ ਤੋਂ ਖੁਸ਼ੀ ਮਿਲੇਗੀ, ਦੂਜਿਆਂ ਨੂੰ ਸਾਡੇ ਤੋਂ ਲਾਭ ਹੋਏਗਾ, ਤਾਂ ਅੱਧੀ ਰਾਤ ਨੂੰ ਵੀ ਦੂਜਿਆਂ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਹੋਣਗੇ, ਯਾਨੀ ਹਰ ਕੋਈ ਤੁਹਾਨੂੰ ਪਸੰਦ ਕਰੇਗਾ। ਤਾਂ ਜੇ ਅਸੀਂ ਆਪਣਾ ਜੀਵਨ ਇਦਾਂ ਦਾ ਬਣਾ ਲਈਏ ਕਿ ਸਾਡਾ ਜੀਵਨ ਇਦਾਂ ਦਾ ਹੋ ਜਾਵੇ, ਦੂਜਿਆਂ ਨੂੰ ਡਰਾਈ ਜਾਈਏ, ਤਾਂ ਫਿਰ ਦੂਜਿਆਂ ਦਾ ਪਿਆਰ ਅਸੀਂ ਕਦੀ ਨਹੀਂ ਜਿੱਤ ਸਕਦੇ, ਉਹਨਾਂ ਦਾ ਦਿਲ ਅਸੀਂ ਕਦੀ ਨਹੀਂ ਜਿੱਤ ਸਕਦੇ, ਬਲਕਿ ਫਿਰ ਦੂਜੇ ਬੰਦੇ ਨੇ ਇਹ ਧਿਆਨ ਹੀ ਰੱਖਣਾ ਕਿ ਉਹ ਬੰਦਾ ਆ ਗਿਆ ਭਾਈ, ਪਿੱਛੇ ਨੂੰ ਹੋ ਜਾਓ, ਪਰੇ ਨੂੰ ਹੋ ਜਾਓ। ਇਸ ਲਈ ਤੁਸੀਂ ਦੇਖਣਾ ਜਿਹੜਾ ਬੰਦਾ ਗੱਲ ਤੇ ਗੁੱਸਾ ਹੁੰਦਾ ਰਵੇ, ਤੁਸੀਂ ਕਹਿਣਾ ਭਾਈ ਉਹ ਆ ਰਿਹਾ, ਰਸਤਾ ਹੀ ਬਦਲ ਦਿਓ, ਕਿਉਂਕਿ ਇਹਨਾਂ ਕਿਸੇ ਨਾ ਕਿਸੇ ਗੱਲ ਤੇ ਮੈਨੂੰ ਖਿਜਣਾ ਹੀ ਹੈ, ਮੈਨੂੰ ਬੁਰਾ ਹੀ ਬੋਲਣਾ ਹੈ। ਤੁਸੀਂ ਪਹਿਲੇ ਹੀ ਰਸਤਾ ਬਦਲਣ ਦੀ ਕੋਸ਼ਿਸ਼ ਕਰਦੇ ਹੋ ਕਿ ਬੁਰਾ ਆ ਰਿਹਾ ਹੈ, ਇਹਨਾਂ ਕੋਈ ਨਾ ਕੋਈ ਇਦਾਂ ਦੀ ਗੱਲ ਕਰ ਦੇਣੀ ਕਿ ਜਿੰਨਾ ਸਾਨੂੰ ਤਕਲੀਫ ਹੋਣੀ ਹੈ। ਕਿਉਂਕਿ ਜਿੱਥੇ ਤਕਲੀਫ ਆ ਜਾਂਦੀ ਉੱਥੇ ਡਰ, ਹਰ ਕੋਈ ਤਕਲੀਫ ਤੋਂ ਬਚਣਾ ਚਾਹੁੰਦਾ ਹੈ, ਇਹੀ ਤਾਂ ਡਰ ਹੁੰਦਾ ਹੈ ਕਿ ਕੋਈ ਮੈਨੂੰ ਤਕਲੀਫ ਨਾ ਹੋਵੇ। ਇਸ ਲਈ ਇੱਕ ਵਾਰ ਫਿਰ ਕਹਾਂਗੇ ਕਿ ਗੁਰੂ ਨਾਲ ਵੀ ਪ੍ਰੇਮ ਕਰਨਾ ਹੈ, ਪ੍ਰਭੂ ਨਾਲ ਵੀ ਪ੍ਰੇਮ ਕਰਨਾ ਹੈ, ਕਿਉਂਕਿ ਉਹ ਸਾਡੇ ਜੀਵਨ 'ਚ ਆਨੰਦ ਭਰਨ ਵਾਲੇ ਹੈ, ਉਹ ਸਾਡੇ ਜੀਵਨ 'ਚ ਖੁਸ਼ੀ ਭਰਨ ਵਾਲੇ ਹੈ। ਔਰ ਆਪਣੇ ਜੀਵਨ ਨੂੰ ਵੀ ਐਸਾ ਬਣਾਉਣਾ ਹੈ ਕਿ ਅਸੀਂ ਵੀ ਦੂਜਿਆਂ ਜੀਵਨ 'ਚ ਖੁਸ਼ੀ ਭਰੀਏ, ਦੂਜਿਆਂ ਜੀਵਨ 'ਚ ਆਨੰਦ ਭਰੀਏ। ਜਿੰਨਾ ਅਸੀਂ ਆਪਣਾ ਰੋਹਬ ਬਣਾ ਕੇ ਡਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਯਾਦ ਰੱਖੋ ਜਿੱਦਾਂ ਬੰਦਾ ਕਹਿੰਦਾ ਮੇਰਾ ਰੋਹਬ ਹੋਣਾ ਚਾਹੀਦਾ ਹੈ, ਐਨ ਸਭ ਦੇ ਉੱਤੇ ਰੋਹਬ ਹੋਣਾ ਚਾਹੀਦਾ, ਜਿੱਥੇ ਮੈਂ ਬਹਿ ਜਾਵਾਂ ਕੋਈ ਖੰਗੇ ਨਾ, ਜਿੱਥੇ ਮੈਂ ਬਹਿ ਜਾਵਾਂ ਕੋਈ ਹਿੱਲੇ ਨਾ। ਤਾਂ ਜਿਹੜਾ ਇਦਾਂ ਦਾ ਰੋਹਬ ਬਣਾਉਣ ਦੀ ਕੋਸ਼ਿਸ਼ ਕਰ ਲਊਗਾ, ਤੁਸੀਂ ਦੇਖੋਗੇ ਕਿ ਲੋਕ ਉਹ ਤੋਂ ਡਰਨਗੇ ਜ਼ਰੂਰ, ਪਰ ਉਹਨਾਂ ਪਿਆਰ ਕੋਈ ਨਹੀਂ ਕਰੇਗਾ। ਔਰ ਲੋਕ ਇਹੀ ਕਹਿਣਗੇ ਰੱਬਾ ਇਹ ਆਵੇ ਹੀ ਨਾ ਘਰ 'ਚ, ਇਹ ਦੂਰ ਹੀ ਰਵੇ, ਕਿਉਂਕਿ ਕੀ ਪਤਾ ਇਦਾਂ ਦੇ ਇਨਸਾਨ ਦਾ ਕਿੱਥੇ ਝੜਕ ਮਾਰ ਦੇਵੇ, ਕਿੱਥੇ ਕੋਈ ਇਦਾਂ ਦੀ ਗੱਲ ਕਰ ਦੇਵੇ, ਦਿਲ ਦੁਖੇ। ਇਸ ਲਈ ਇਦਾਂ ਦੀ ਸੋਚ ਅਗਰ ਰੱਖਾਂਗੇ ਦੂਜਿਆਂ ਨੂੰ ਡਰਾਉਣ ਵਾਲੀ, ਤਾਂ ਫਿਰ ਦੂਜਿਆਂ ਤੋਂ ਪਿਆਰ ਦੀ ਉਮੀਦ ਅਸੀਂ ਕਦੀ ਨਹੀਂ ਰੱਖ ਸਕਦੇ। ਸਮਝ ਆ ਗਈ? ਇਹ ਪਹਿਲੇ ਸੂਤਰ ਨੂੰ ਅੱਛੀ ਤਰ੍ਹਾਂ ਅੱਜ ਤੋਂ ਆਪਣੇ ਜੀਵਨ 'ਚ ਉਤਾਰ ਲੈਣਾ। ਔਰ ਅਰਸਤੂ ਦਾ ਹੁਣ ਦੂਸਰਾ ਸੂਤਰ ਸਮਝੀਏ। ਅਰਸਤੂ ਨੇ ਕਿਹਾ ਹੈ ਕਿ ਦੂਸਰਾ ਸੂਤਰ, ਔਰ ਇਹ ਵੀ ਜੀਵਨ ਨੂੰ ਬਦਲਣ ਵਾਲਾ ਹੈ। ਉਹਨਾਂ ਨੇ ਪੁੱਛਿਆ ਹੈ ਕਿ सबसे मुश्किल काम क्या है और सबसे आसान काम क्या है। जरा समझना,
दूजा सूत्र है सबसे आसान काम क्या है और सबसे मुश्किल काम क्या है। हुण जरा विचार करो कि सब तो सौखा काम केड़ा है और सब तो मुश्किल काम केड़ा है। ਤਾਂ ਇੱਥੇ ਅਰਸਤੂ ਜਵਾਬ ਦਿੰਦੇ ਹੈ ਕਿ ਸਭ ਤੋਂ ਆਸਾਨ ਕੰਮ ਹੈ ਦੂਜਿਆਂ ਨੂੰ ਦੇਖਣਾ, ਸਮਝਦੇ ਹੋ ਕਿ ਨਹੀਂ, ਦੂਜਿਆਂ ਤੇ ਨਜ਼ਰ ਰੱਖਣੀ, ਔਰ ਸਭ ਤੋਂ ਮੁਸ਼ਕਿਲ ਕੰਮ ਹੈ ਆਪਣੇ ਆਪ ਨੂੰ ਜਾਣਨਾ। ਹੁਣ ਇਹਦੀ ਗਹਿਰਾਈ ਨੂੰ ਸਮਝੋ ਕਿ ਅੱਜ ਇਨਸਾਨ ਅਗਰ ਇਹ ਅਰਸਤੂ ਦੇ ਸੂਤਰ ਨੂੰ ਸਮਝ ਲਵੇ ਤਾਂ ਉਹਨੂੰ ਆਪਣੀ ਜ਼ਿੰਦਗੀ ਦਾ ਵੀ ਪਤਾ ਲੱਗ ਜਾਏਗਾ। ਉਹ ਕਹਿੰਦੇ ਸਭ ਤੋਂ ਆਸਾਨ ਕੰਮ ਹੈ ਦੂਜਿਆਂ ਨੂੰ ਦੇਖਣਾ। ਜਿੱਦਾਂ ਬੰਦਾ ਦੂਜਿਆਂ ਨੂੰ ਜੱਜ ਕਰਦਾ ਰਹਿੰਦਾ, ਇਹ ਕੀ ਕਰ ਰਿਹਾ ਹੈ, ਇਹਨਾਂ ਕੀ ਕੀਤਾ, ਇਹਦਾ ਉੱਠਣ ਦਾ ਢੰਗ ਕੀ ਹੈ, ਬੈਠਣ ਦਾ ਢੰਗ ਕੀ ਹੈ, ਇਹ ਨਿੰਦਿਆ ਕਿੰਨੀ ਕਰਦਾ ਹੈ, ਚੁਗਲੀ ਕਿੰਨੀ ਕਰਦਾ ਹੈ, ਝੂਠ ਕਿੰਨਾ ਬੋਲਦਾ ਹੈ, ਜਿੱਦਾਂ ਇਨਸਾਨ ਦੂਜਿਆਂ ਤੇ ਨਜ਼ਰ ਰੱਖਦਾ ਹੈ। ਉਹ ਕਹਿੰਦੇ ਸਭ ਤੋਂ ਸੌਖਾ ਕੰਮ ਹੈ ਦੂਜਿਆਂ ਨੂੰ ਦੇਖਣਾ, ਦੂਜੇ ਕੀ ਕਰ ਰਹੇ ਹੈ, ਦੂਜਿਆਂ ਦੀ ਬੁਰਾਈ ਦੇਖਣੀ, ਦੂਜਿਆਂ ਦੀ ਕਰਨੀ ਨੂੰ ਦੇਖਣਾ, ਔਰ ਸਭ ਤੋਂ ਮੁਸ਼ਕਿਲ ਕੰਮ ਹੈ ਆਪਣੇ ਆਪ ਨੂੰ ਜਾਣਨਾ। ਇਸ ਲਈ ਹੁਣ ਇਹਨੂੰ ਸਮਝੋ, ਕਿਉਂਕਿ ਦੂਜੇ ਦੇ ਅੰਦਰ ਗਲਤੀ ਕੱਢਣੀ ਬਹੁਤ ਹੀ ਆਸਾਨ ਹੈ, ਦੂਜੇ ਦੇ ਅੰਦਰ ਨੁਕਸ ਕੱਢਣੇ ਬਹੁਤ ਆਸਾਨ ਹੈ, ਦੂਜੇ ਦੀਆਂ ਗੱਲਾਂ ਕਰਨੀਆਂ ਬਹੁਤ ਹੀ ਆਸਾਨ ਹੈ, ਪਰ ਆਪਣੀ ਗਲਤੀ ਨੂੰ ਸਮਝ ਕੇ ਆਪਣੇ ਜੀਵਨ 'ਚ ਬਦਲਾਵ ਕਰਨਾ, ਆਪਣੀਆਂ ਗਲਤੀਆਂ ਨੂੰ ਜਾਣ ਕੇ ਉਹਨਾਂ ਅੰਦਰ ਬਦਲਾਵ ਲਿਆਉਣਾ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਕੋਈ ਦੂਜਾ ਝੂਠ ਬੋਲਦਾ ਹੈ ਤਾਂ ਬੰਦਾ ਫਟਾਫਟ ਕਹਿੰਦਾ ਝੂਠਾ, ਤਾਂ ਪਰ ਬੰਦਾ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੇ ਕਿ ਉਹਨੂੰ ਤਾਂ ਮੈਂ ਕਹਿ ਦਿੱਤਾ ਝੂਠਾ, ਪਰ ਮੈਂ ਆਪ ਦਿਨ 'ਚ ਜਾਂ ਆਪਣੇ ਜੀਵਨ 'ਚ ਕਿੰਨੇ ਝੂਠ ਬੋਲਦਾ। ਇਹ ਗੱਲ ਸਮਝਣਾ ਜ਼ਰਾ ਸਾਰਿਆਂ ਨੇ। ਜਿੱਦਾਂ ਇੱਥੇ ਇੱਕ ਛੋਟੀ ਜਿਹੀ ਕਹਾਣੀ ਹੈ, ਇੱਕ ਛੋਟੀ ਜਿਹੀ ਕਹਾਣੀ ਹੈ ਕਿ ਇੱਕ ਰਾਜਿਆ ਵਿੱਚ ਇੱਕ ਵਾਰ ਇੱਕ ਆਦਮੀ ਭੁੱਖ ਦੇ ਨਾਲ ਇੰਨਾ ਮਜਬੂਰ ਹੋ ਗਿਆ, ਭੁੱਖ ਦੇ ਨਾਲ ਇੰਨਾ ਮਜਬੂਰ ਹੋ ਗਿਆ ਕਿ ਉਹਨਾਂ ਹਲਵਾਈ ਦੀ ਦੁਕਾਨ ਤੋਂ ਚੋਰੀ, ਕਹਿੰਦੇ ਹੈ ਥੋੜੀ ਖਾਣ ਵਾਲੀ ਸਮੱਗਰੀ ਚੱਕ ਲਈ। ਜਦੋਂ ਥੋੜੀ ਜਿਹੀ ਸਮੱਗਰੀ ਚੱਕ ਲਈ ਖਾਣ ਵਾਲੀ, ਤਾਂ ਹੁਣ ਚੋਰੀ ਕਰਨਾ ਉਹਦਾ ਕੰਮ ਨਹੀਂ ਸੀ, ਪਰ ਭੁੱਖ ਨੇ ਮਜਬੂਰ ਕੀਤਾ। ਸਾਹਮਣੇ ਖਾਣ ਵਾਲੀਆਂ ਚੀਜ਼ਾਂ ਪਈਆਂ ਸੀ, ਉਹਨਾਂ ਚੱਕ ਕੇ ਦੌੜਨ ਲੱਗਾ ਤਾਂ ਲੋਕਾਂ ਨੇ ਫੜ ਲਿਆ। ਫੜ ਕੇ ਉਹਨੂੰ ਉੱਥੇ ਦੇ ਰਾਜੇ ਦੇ ਦਰਬਾਰ 'ਚ ਲੈ ਗਏ ਲੋਕ ਕਿ ਮਹਾਰਾਜ ਇਸਨੇ ਚੋਰੀ ਕਰਨ ਦਾ ਪਾਪ ਕੀਤਾ ਹੈ, ਇਸ ਲਈ ਇਹਨੂੰ ਸਜ਼ਾ ਦਿੱਤੀ ਜਾਵੇ। ਤਾਂ ਰਾਜੇ ਨੂੰ ਸੀ ਕਿ ਮੇਰੇ ਨਗਰ 'ਚ ਚੋਰੀ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੇਰੇ ਨਗਰ 'ਚ ਚੋਰੀ। ਇਸ ਲਈ ਅਗਰ ਇਹਨੂੰ ਅੱਜ ਮਾਫ ਕਰ ਦਿੱਤਾ ਤਾਂ ਫਿਰ ਲੋਕਾਂ ਦੀ ਹਿੰਮਤ ਵਧੇਗੀ। ਇਸ ਲਈ ਰਾਜੇ ਨੇ ਐਲਾਨ ਕਰਤਾ ਕਿ ਅੱਜ ਤੋਂ 4 ਦਿਨਾਂ ਬਾਅਦ ਇਹਨੂੰ ਫਾਂਸੀ ਹੋਏਗੀ, ਤਾਂ ਕਿ ਸਾਰਿਆਂ ਨੂੰ ਇਹ ਸਿੱਖਿਆ ਮਿਲੇ ਕਿ ਮੇਰੇ ਨਗਰ ਦੇ ਵਿੱਚ ਕਦੀ ਚੋਰੀ ਨਾ ਹੋਵੇ, ਇੱਕ ਡਰ ਪੈਦਾ ਹੋ ਜਾਵੇ ਸਭ ਦੇ ਅੰਦਰ। ਹੁਣ ਉੱਥੇ ਹੀ ਰਾਜੇ ਦਾ ਮੰਤਰੀ ਬੈਠਾ ਸੀ, ਜਿਹੜਾ ਬੜਾ ਸਮਝਦਾਰ ਸੀ, ਕਿਉਂਕਿ ਉਸ ਗਰੀਬ ਇਨਸਾਨ ਨੇ ਬਹੁਤ ਕਿਹਾ ਕਿ ਮਹਾਰਾਜ ਮੈਂ ਚੋਰ ਨਹੀਂ ਆ, ਇਹ ਤਾਂ ਭੁੱਖਾ ਇੰਨਾ ਸੀ, ਕਈ ਦਿਨਾਂ ਦੀ ਦਿਹਾੜੀ ਨਹੀਂ ਮਿਲੀ, ਮੈਂ ਮੰਗਿਆ ਵੀ ਪਰ ਮੈਨੂੰ ਕਿਤੇ ਭੋਜਨ ਨਹੀਂ ਮਿਲਿਆ, ਤਾਂ ਮੈਨੂੰ ਮਜਬੂਰੀ 'ਚ ਚੋਰੀ ਕਰਨੀ ਪੈ ਗਈ। ਤਾਂ ਮੰਤਰੀ ਨੇ ਸਮਝਿਆ ਕਿ ਇੱਥੇ ਰਾਜੇ ਨੂੰ ਇਹ ਚਾਹੀਦਾ ਸੀ ਕਿ ਇਹਨਾਂ ਆਪਣੀ ਮਜਬੂਰੀ ਦੱਸੀ ਹੈ, ਤਾਂ ਰਾਜੇ ਨੂੰ ਚਾਹੀਦਾ ਸੀ ਕੁਝ ਐਸਾ ਇੰਤਜ਼ਾਮ ਕਰਨਾ ਕਿ ਜਿਹੜੇ ਲੋਕ ਭੁੱਖੇ ਆ, ਜਿਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ, ਉਹਨਾਂ ਤੱਕ ਭੋਜਨ ਪਹੁੰਚ ਸਕੇ। ਪਰ ਇਹ ਬੇਗੁਨਾਹ ਵਿਚਾਰਾ, ਇਹਨੂੰ ਇੱਕ ਛੋਟੀ ਜਿਹੀ ਗਲਤੀ ਪਿੱਛੇ ਰਾਜੇ ਨੇ ਫਾਂਸੀ ਦਾ ਹੁਕਮ ਦੇ ਦਿੱਤਾ। ਪਰ ਮੈਨੂੰ ਪਤਾ ਹੈ ਇਹ ਬੇਗੁਨਾਹ ਹੈ, ਇਸ ਲਈ ਕਿਸੇ ਤਰ੍ਹਾਂ ਇਹਨੂੰ ਬਚਾਉਣਾ ਚਾਹੀਦਾ ਹੈ। 4 ਦਿਨ ਦਾ ਸਮਾਂ ਹੈ, ਕੋਈ ਗੱਲ ਨਹੀਂ। ਵਜ਼ੀਰ ਨੇ ਸੋਚਿਆ ਕੁਛ ਨਾ ਕੁਛ ਮੈਂ ਐਸੀ ਯੁਕਤੀ ਲੜਾ ਲਾਉਂਗਾ ਕਿ ਇਹਨੂੰ ਇਸ ਕੈਦ ਤੋਂ ਜਾਂ ਫਾਂਸੀ ਤੋਂ ਮੁਕਤ ਕਰਾ ਦਊਂਗਾ। ਹੁਣ ਜਦੋਂ ਹੁਕਮ ਹੋਇਆ ਕਿ 4 ਦਿਨਾਂ ਬਾਅਦ ਇਸ ਨੂੰ ਫਾਂਸੀ ਚੜਾ ਦਿੱਤਾ ਜਾਣਾ, ਤਾਂ ਸੈਨਿਕ ਉਹਨੂੰ ਪਕੜ ਕੇ ਜੇਲ੍ਹ 'ਚ ਲੈ ਗਏ। ਜਦੋਂ ਜੇਲ੍ਹ 'ਚ ਲੈ ਗਏ ਤਾਂ ਸ਼ਾਮ ਨੂੰ ਵਜ਼ੀਰ ਗਿਆ ਉਸ ਭੁੱਖੇ ਇਨਸਾਨ ਨੂੰ ਜਿਹਨੇ ਚੋਰੀ ਕੀਤੀ ਸੀ, ਉਹਨੂੰ ਮਿਲਿਆ। ਔਰ ਜਾ ਕੇ ਵਜ਼ੀਰ ਜਦੋਂ ਉਹਨੂੰ ਮਿਲਦਾ ਹੈ ਤਾਂ ਉਹ ਵਿਚਾਰਾ ਗਿੜਗੜਾਉਂਦਾ, ਕਿਉਂਕਿ ਪਤਾ ਹੈ ਰਾਜੇ ਦਾ ਵਜ਼ੀਰ ਹੈ। ਹੱਥ ਜੋੜਦਾ ਹੈ ਕਿ ਮਹਾਰਾਜ ਮੈਂ ਕੋਈ ਚੋਰ ਨਹੀਂ ਹਾਂ, ਮੇਰੇ ਤੋਂ ਗਲਤੀ ਹੋ ਗਈ, ਇੱਕ ਚੋਰੀ ਦੀ ਐਡੀ ਵੱਡੀ ਸਜ਼ਾ ਨਾ ਦਿਓ ਕਿ ਮੈਨੂੰ ਫਾਂਸੀ ਦੀ ਫੰਦੀ ਤੇ ਲਟਕਾਇਆ ਜਾਵੇ। ਤਾਂ ਉਸ ਲਈ ਵਜ਼ੀਰ ਨੇ ਕਿਹਾ ਫਿਕਰ ਨਾ ਕਰ, ਮੈਂ ਤੇਰੀ ਮਦਦ ਕਰਨੀ ਆਇਆ ਹਾਂ, ਬਸ ਮੈਂ ਤੈਨੂੰ ਜੋ ਸਮਝਾਊਂਗਾ ਤੈਨੂੰ ਉਹ ਕਰਨਾ ਪੈਣਾ ਹੈ, ਮੈਂ ਤੈਨੂੰ ਜੋ ਸਮਝਾਊਂਗਾ ਤੈਨੂੰ ਉਹ ਕਰਨਾ ਪੈਣਾ ਹੈ, ਇਸ ਲਈ ਤੂੰ ਕਰਨ ਨੂੰ ਤਿਆਰ ਆ? ਉਹ ਕਹਿੰਦਾ ਹਾਂ ਮੈਂ ਕਰਨ ਨੂੰ ਤਿਆਰ ਹਾਂ। ਤਾਂ ਉਸ ਵੇਲੇ ਵਜ਼ੀਰ ਨੇ ਉਹਦੇ ਕੰਨ ਦੇ ਵਿੱਚ ਕੋਈ ਚੀਜ਼ ਸਮਝਾਈ, ਕੋਈ ਚੀਜ਼ ਉਹਦੇ ਕੰਨ ਦੇ ਵਿੱਚ ਸਮਝਾਈ। ਹੁਣ ਜਦੋਂ ਕੰਨ 'ਚ ਸਮਝਾਈ ਤਾਂ ਉਹਦੇ ਚਿਹਰੇ ਤੇ ਮੁਸਕਰਾਹਟ ਆ ਗਈ। ਕਹਿੰਦਾ ਜੀ ਠੀਕ ਹੈ, ਪਰ ਕਹਿੰਦਾ ਜੀ ਮੈਂ ਕਹਿ ਦੂੰ, ਵਜ਼ੀਰ ਕਹਿੰਦਾ ਬਾਕੀ ਮੈਂ ਸੰਭਾਲ ਲੂੰ, ਤੂੰ ਚਿੰਤਾ ਨਾ ਕਰ, ਕੋਈ ਵੀ ਤੈਨੂੰ ਜੋ ਸਮਝਾਇਆ ਉਸ ਤਰ੍ਹਾਂ ਕਰਨੀ ਹੈ ਤੂੰ। ਇਹਦੇ ਸਮਾਂ ਗੁਜ਼ਰਿਆ, 1 ਦਿਨ 2 ਦਿਨ, ਤੀਜਾ ਦਿਨ ਹੋ ਗਿਆ, ਚੌਥਾ ਦਿਨ ਆ ਗਿਆ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਦਿੱਤਾ ਸੀ। ਹੁਣ ਫਾਂਸੀ ਦਾ ਫੰਦਾ ਤਿਆਰ ਕਰ ਦਿੱਤਾ ਗਿਆ, ਔਰ ਫੰਦਾ ਵੀ
ਇੱਕ ਚੁਰਾਹੇ ਵਿੱਚ ਤਿਆਰ ਕੀਤਾ ਗਿਆ ਜਿੱਥੇ ਪੂਰਾ ਨਗਰ ਦੇਖੇ। ਹਜ਼ਾਰਾਂ ਲੋਕ ਇਕੱਠੇ ਹੋ ਗਏ ਉਹਨੂੰ ਫਾਂਸੀ ਦੇ ਲਟਕਦਾ ਦੇਖਣ ਵਾਸਤੇ ਕਿ ਇਹਨਾਂ ਚੋਰੀ ਕੀਤੀ ਸੀ, ਦੇਖੋ ਇਹਨੂੰ ਕੀ ਸਜ਼ਾ ਮਿਲ ਰਹੀ ਹੈ। ਰਾਜਾ ਵੀ ਉੱਥੇ ਪਹੁੰਚ ਗਿਆ ਤਾਂ ਕਿ ਮੇਰੀਆਂ ਅੱਖਾਂ ਸਾਹਮਣੇ ਇਹਨੂੰ ਫਾਂਸੀ ਦਿੱਤੀ ਜਾਵੇ ਤਾਂ ਮੈਂ ਨਗਰ ਨੂੰ ਵੀ ਦੱਸ ਸਕਾਂ ਕਿ ਦੇਖੋ ਜਿੱਦਾਂ ਇਸ ਚੋਰ ਦਾ ਇਹ ਹਾਲ ਹੋਇਆ, ਜੇ ਖਬਰਦਾਰ ਕਿਸੇ ਨੇ ਚੋਰੀ ਕੀਤੀ ਤਾਂ ਅੱਗੇ ਤੋਂ ਉਹਦਾ ਵੀ ਇਹੀ ਅੰਜਾਮ ਹੋਏਗਾ। ਹੁਣ ਜਦੋਂ ਰਾਜਾ ਵੀ ਪਹੁੰਚ ਗਿਆ, ਜਦੋਂ ਫੰਦਾ ਤਿਆਰ ਹੋ ਗਿਆ, ਰਾਜੇ ਨੇ ਹੁਕਮ ਕੀਤਾ ਲਟਕਾ ਦਿਓ ਇਹਨੂੰ ਫਾਂਸੀ ਤੇ। ਹੁਣ ਜਦੋਂ ਉਸ ਚੋਰ ਨੂੰ ਲੈ ਕੇ ਫੰਦੇ ਦੀ ਤਰਫ ਵਧੇ, ਫੰਦੇ ਕੋਲ ਪਹੁੰਚਣ ਲੱਗੇ ਤਾਂ ਚੋਰ ਉੱਚੀ ਉੱਚੀ ਹੱਸ ਪਿਆ। ਉਹ ਜਿਹੜਾ ਮਜਬੂਰ ਇਨਸਾਨ ਸੀ ਉੱਚੀ ਉੱਚੀ ਹੱਸਣ ਲੱਗ ਗਿਆ। ਜਦੋਂ ਉੱਚੀ ਉੱਚੀ ਹੱਸਣ ਲੱਗ ਗਿਆ, ਕੋਲ ਹੀ ਵਜ਼ੀਰ ਸੀ। ਵਜ਼ੀਰ ਕਹਿੰਦਾ ਮਹਾਰਾਜ ਫਾਂਸੀ ਦੇ ਫੰਦੇ ਤੇ ਲਟਕਣ ਲੱਗਿਆ ਤਾਂ ਇਨਸਾਨ ਰੋਂਦਾ ਹੈ, ਡਰਦਾ ਹੈ, ਹਾਏ ਹਾਏ ਕਰਦਾ, ਇਹ ਹੱਸ ਕਿਉਂ ਰਿਹਾ ਉੱਚੀ ਉੱਚੀ? ਹੱਸ ਕਿਉਂ ਰਿਹਾ? ਇਹ ਕਾਰਨ ਕੀ ਹੈ ਹੱਸਣ ਦਾ? ਇਹਦੇ ਇੱਕ ਵਾਰੀ ਪੁੱਛ ਲਈਏ, ਕਿਉਂਕਿ ਵਜ਼ੀਰ ਨੇ ਤਾਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਜਾਂ ਉਹ ਯੁਕਤੀ ਖੋਜੀ ਹੋਈ ਸੀ ਇਹਨੂੰ ਬਚਾਉਣ ਦੀ। ਇਸ ਲਈ ਵਜ਼ੀਰ ਨੇ ਜਦੋਂ ਬਾਦਸ਼ਾਹ ਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ, ਕਿਉਂਕਿ ਸ਼ਾਇਦ ਜੇ ਵਜ਼ੀਰ ਨਾ ਕਹਿੰਦਾ ਤਾਂ ਬਾਦਸ਼ਾਹ ਉੱਧਰ ਧਿਆਨ ਨਾ ਦਿੰਦਾ, ਤਾਂ ਵਜ਼ੀਰ ਨੇ ਉਹਦੇ ਮਨ 'ਚ ਪਾਈ ਕਿ ਮਹਾਰਾਜ ਪੁੱਛੋ ਤਾਂ ਸਹੀ ਇਹ ਹੱਸ ਕਿਉਂ ਰਿਹਾ ਹੈ, ਕਿਉਂਕਿ ਜਦੋਂ ਇਹਨੂੰ ਫਾਂਸੀ ਲੱਗ ਗਈ ਫਿਰ ਅਸੀਂ ਕਿਹਨੂੰ ਪੁੱਛਾਂਗੇ। ਰਾਜਾ ਕਹਿੰਦਾ ਗੱਲ ਤਾਂ ਸਹੀ ਹੈ, ਫਾਂਸੀ ਦੇ ਸਾਹਮਣੇ ਤਾਂ ਲੋਕ ਬੜੇ ਬੜੇ ਗਿੜਗਿੜਾਉਣ ਲੱਗ ਜਾਂਦੇ, ਰੋਣ ਲੱਗ ਜਾਂਦੇ, ਹੱਸ ਰਿਹਾ ਕਿਉਂ, ਕਾਰਨ ਕੀ ਹੈ? ਤਾਂ ਰਾਜੇ ਨੇ ਕਿਹਾ ਰੁਕ, ਜਲਾਦ ਨੂੰ ਕਿਹਾ ਰੁਕ, ਇਹਨੂੰ ਪਹਿਲਾਂ ਮੇਰੇ ਕੋਲ ਲਿਆ। ਉਹਨੂੰ ਸਾਹਮਣੇ ਲਿਆਂਦਾ ਗਿਆ। ਰਾਜੇ ਨੇ ਕਿਹਾ ਕਾਰਨ ਦੱਸ, ਤੇਰੇ ਹੱਸਣ ਦਾ ਕਾਰਨ ਕੀ ਹੈ? ਕਿਉਂਕਿ ਫਾਂਸੀ ਤਾਂ ਤੈਨੂੰ ਦੇਣੀ ਹੈ। ਚੱਲ ਦੋ ਜਿਹਦਾ ਬੰਦਾ ਕਹਿੰਦਾ ਥੋੜੀ ਦੇਰ ਬਾਅਦ ਹੋ ਜਾਏਗਾ, ਪਰ ਦੇਣੀ ਤਾਂ ਹੈ, ਪਰ ਉਸ ਤੋਂ ਪਹਿਲਾਂ ਮੈਨੂੰ ਦੱਸ ਤੇਰੇ ਹੱਸਣ ਦਾ ਕਾਰਨ ਕੀ ਸੀ? ਤੇਰੇ ਹੱਸਣ ਦਾ ਕਾਰਨ ਕੀ ਸੀ? ਤਾਂ ਉਸ ਵੇਲੇ ਉਹਨਾਂ ਕਿਹਾ ਮਹਾਰਾਜ ਮੇਰੇ ਹੱਸਣ ਦਾ ਕਾਰਨ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਬਸ ਤੁਸੀਂ ਮੈਨੂੰ ਫਾਂਸੀ ਚੜਾ ਦਿਓ, ਫਾਂਸੀ ਚੜਾ ਦਿਓ। ਤਾਂ ਵਜ਼ੀਰ ਨੇ ਕਿਹਾ ਨਹੀਂ ਨਹੀਂ ਤੈਨੂੰ ਦੱਸਣਾ ਹੀ ਪਏਗਾ, ਕਾਰਨ ਦੱਸ, ਜਦ ਤੱਕ ਤੂੰ ਕਾਰਨ ਨਹੀਂ ਦੱਸੇਗਾ ਅਸੀਂ ਫਾਂਸੀ ਤੇ ਨਹੀਂ ਤੈਨੂੰ ਚੜਾਣਾ, ਕਾਰਨ ਦੱਸ, ਨਹੀਂ ਤਾਂ ਸੈਨਿਕ ਤੇਰੇ ਫਾਂਸੀ ਚੜਾਉਣ ਤੋਂ ਪਹਿਲਾਂ 100 ਕੌੜੇ ਮਾਰਨਗੇ। ਕਿਉਂਕਿ ਇੱਕ ਤਰੀਕਾ ਦੱਸਣਾ ਸੀਗਾ ਕਿਸੇ ਤਰ੍ਹਾਂ ਇਹਦੇ ਮੂੰਹੋਂ ਗੱਲ ਕਢਾਣੀ, ਕਿਉਂਕਿ ਵਜ਼ੀਰ ਨੇ ਪਹਿਲਾਂ ਹੀ ਉਹਨੂੰ ਪੂਰੀ ਤਰ੍ਹਾਂ ਸਮਝਾ ਕੇ ਤਿਆਰ ਕੀਤਾ ਹੋਇਆ ਸੀ। ਹੁਣ ਉਹਨਾਂ ਕਿਹਾ ਨਹੀਂ ਨਹੀਂ ਕੋੜੇ ਨਾ ਮੇਰੇ ਮਾਰਿਓ, ਮੈਂ ਦੱਸਣ ਨੂੰ ਤਿਆਰ ਹਾਂ। ਤਾਂ ਰਾਜੇ ਨੇ ਕਿਹਾ ਦੱਸ ਫਿਰ ਹੱਸਿਆ ਕਿਉਂ? ਉਹ ਕਹਿੰਦਾ ਦਰਅਸਲ ਮਹਾਰਾਜ ਮੇਰੇ ਅੰਦਰ ਇੱਕ ਬਹੁਤ ਬੜੀ ਵਿਦਿਆ ਹੈ। ਦਰਅਸਲ ਮੇਰੇ ਗੁਰੂ ਨੇ ਮੈਨੂੰ ਇੱਕ ਗੱਲ ਕਹੀ ਸੀ, ਗੁਰੂ ਨੇ ਕਿ ਜਦੋਂ ਤੇਰੀ ਉਮਰ 37 ਸਾਲ ਦੀ ਹੋਣੀ ਹੈ ਤਾਂ ਇਹ ਵਿਦਿਆ ਦਾ ਗਿਆਨ ਤੇਰੇ ਅੰਦਰ ਪੈਦਾ ਹੋਣਾ ਹੈ। ਔਰ ਮਹਾਰਾਜ ਕੱਲ ਹੀ ਮੈਂ 37 ਸਾਲ ਦਾ ਹੋਇਆ ਹਾਂ ਔਰ ਮੇਰੇ ਅੰਦਰ ਉਹ ਗਿਆਨ ਰਾਤੀ ਆ ਗਿਆ, ਔਰ ਮੈਂ ਹੱਸ ਤਾ ਰਿਹਾ ਹਾਂ ਕਿ ਰਾਤੀ ਮੈਨੂੰ ਕੱਲ ਗਿਆਨ ਹੋਇਆ ਤਾਂ ਅੱਜ ਮੈਂ ਫਾਂਸੀ ਚੜਨ ਲੱਗਾ। ਉਹ ਗੁਰੂ ਦੇ ਗਿਆਨ ਦਾ ਮੈਂ ਇਸਤੇਮਾਲ ਜੀਵਨ 'ਚ ਕਰ ਹੀ ਨਹੀਂ ਪਾਇਆ। ਮੈਂ ਕਿੰਨਾ ਮੂਰਖ, ਇੱਕ ਚੋਰੀ ਕਰ ਲਈ ਜਿਹਦੇ ਕਰਕੇ ਗੁਰੂ ਦੀ ਉਹ ਵਿਦਿਆ ਐਡੀ ਵੱਡੀ ਜੋ ਅੱਜ ਹੀ ਮੈਨੂੰ ਰਾਤੀ ਕੱਲ ਪ੍ਰਾਪਤ ਹੋਈ ਹੈ, ਉਹ ਅੱਜ ਮੇਰੇ ਜੀਵਨ ਦੇ ਨਾਲ ਹੀ ਨਸ਼ਟ ਹੋ ਜਾਣੀ ਹੈ। ਆਪਣੀ ਮੂਰਖਤਾ ਤੇ ਹੱਸ ਰਿਹਾ ਸੀ ਮੈਂ। ਤਾਂ ਰਾਜੇ ਨੇ ਕਿਹਾ ਗੁਰੂ ਦਾ ਗਿਆਨ, ਗੁਰੂ ਦੀ ਵਿਦਿਆ ਕੀ ਮਤਲਬ, ਗੱਲ ਕਲੀਅਰ ਕਰ, ਸਾਫ਼ ਕਰ। ਤਾਂ ਉਸ ਵੇਲੇ ਵਜ਼ੀਰ ਨੇ ਵੀ ਕਿਹਾ ਗੱਲ ਸਾਫ਼ ਕਰ, ਕਹਿਣਾ ਕੀ ਚਾਹੁੰਦਾ ਹਾਂ? ਉਹ ਕਹਿੰਦਾ ਜੀ ਮੈਂ ਦਰਅਸਲ ਮੇਰੇ ਗੁਰੂ ਨੇ ਇੱਕ ਮੈਨੂੰ ਗੁਪਤ ਵਿਦਿਆ ਦੱਸੀ ਸੀ, ਔਰ ਗੁਪਤ ਵਿਦਿਆ ਉਹ ਹੈ ਕਿ ਉਹਦੀ ਸ਼ਕਤੀ ਦੇ ਨਾਲ ਮੈਂ ਸੁੱਚੇ ਮੋਤੀ ਪੈਦਾ ਕਰ ਸਕਦਾ ਹਾਂ, ਸੁੱਚੇ ਮੋਤੀ ਬਣਾ ਸਕਦਾ ਹਾਂ। ਉਹ ਰਾਜੇ ਨੇ ਕਿਹਾ ਸੁੱਚੇ ਮੋਤੀ ਬਣਾ ਸਕਦਾ ਹਾਂ, ਤਾਂ ਫੇਰ ਜੇ ਤੂੰ ਸੁੱਚੇ ਮੋਤੀ ਬਣਾ ਸਕਦਾ ਤਾਂ ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ? 2 ਰੋਟੀਆਂ ਭੋਜਨ ਦੀ ਸਮੱਗਰੀ ਚੋਰੀ ਕਰਨ ਦੀ ਕੀ ਲੋੜ ਸੀ? ਕਹਿੰਦਾ ਮਹਾਰਾਜ ਉਹੀ ਤਾਂ ਮੈਂ ਦੱਸਣ ਲੱਗਾ, ਮੈਂ ਉਸ ਲਈ ਮਜਬੂਰ ਸੀ। ਜੇ ਮੈਂ ਰੋਟੀ ਚੱਕ ਕੇ ਨਾ ਖਾਂਦਾ ਮੈਂ ਤਾਂ ਭੁੱਖ ਨਾਲ ਹੀ ਮਰ ਜਾਣਾ ਸੀ। ਇਹ ਵਿਦਿਆ ਇਹ ਦਿਨ ਤੱਕ ਮੈਂ ਪਹੁੰਚਣਾ ਹੀ ਨਹੀਂ ਸੀ, ਕਿਉਂਕਿ ਪਹਿਲੇ ਹੀ ਮਰ ਜਾਂਦਾ ਤਾਂ ਇਹ ਵਿਦਿਆ ਪ੍ਰਗਟ ਕਿੱਥੋਂ ਹੋਣੀ ਸੀ? ਔਰ ਮੈਂ ਸੱਚ ਦੱਸਾਂ, ਮੈਂ ਸੋਚਿਆ ਸੀ ਅੱਜ ਮੈਂ ਚੋਰੀ ਕਰ ਲਈ, ਪਰ ਜਦੋਂ 2 ਦਿਨ ਬਾਅਦ ਮੈਨੂੰ ਉਹ ਸ਼ਕਤੀ ਮਿਲ ਜਾਣੀ ਹੈ ਤਾਂ ਮੈਂ ਇਹ ਹਲਵਾਈ ਨੂੰ ਕਈ ਗੁਣਾ ਕਰਕੇ ਉਹਦੀ ਕੀਮਤ ਵਾਪਸ ਕਰ ਦਊਂਗਾ। ਮੇਰੀ ਜ਼ਿੰਦਗੀ ਵੀ ਬਚ ਜਾਏਗੀ, ਮੈਨੂੰ ਗਿਆਨ ਵੀ ਮਿਲ ਜਾਏਗਾ, ਔਰ ਹਲਵਾਈ ਦੀ ਜੋ ਮੈਂ ਨੁਕਸਾਨ ਕੀਤਾ ਉਹ ਘਾਟਾ ਵੀ ਪੂਰਾ ਕਰਕੇ ਉਹ ਕੀਮਤ ਵੀ ਹਲਵਾਈ ਨੂੰ ਚੁਕਾ ਦੂੰ। ਪਰ ਮਹਾਰਾਜ ਦੇਖੋ ਅੱਜ ਫਾਂਸੀ। ਰਾਜਾ ਵਜ਼ੀਰ ਵੱਲ ਦੇਖੇ ਕਿ ਸੱਚੀ ਵਜ਼ੀਰ ਇਦਾਂ ਹੋ ਸਕਦਾ। ਵਜ਼ੀਰ ਨੇ ਕਿਹਾ ਮਹਾਰਾਜ ਪੜ੍ਹਿਆ ਤਾਂ ਮੈਂ ਵੀ ਹੈ, ਇਹ ਵਿਦਿਆ ਹੁੰਦੀ ਹੈ, ਕਿਉਂਕਿ ਕਹਿਣਾ ਹੀ ਹੈ ਪੜ੍ਹਿਆ ਤਾਂ ਮੈਂ ਵੀ ਹੈ, ਵਿਦਿਆ ਹੁੰਦੀ ਹੈ। ਕਿਉਂਕਿ ਪਹਿਲੇ ਸਮੇਂ 'ਚ ਮਹਾਰਾਜ ਮੈਂ ਸੁਣਿਆ ਹੈ ਕਿ ਕਈ ਗੁਰੂ ਫਕੀਰ, ਕੋਈ ਰਿਸ਼ੀ ਮੁਨੀ ਐਸੇ ਹੋਏ ਆ ਜਿਨ੍ਹਾਂ ਨੇ ਪੱਥਰ ਨੂੰ ਸਵਰਨ ਕਰਨ ਦੀ ਕਲਾ ਸਿੱਖੀ ਸੀ।
ਜਿਨ੍ਹਾਂ ਨੇ ਮੋਤੀ ਪੈਦਾ ਕਰਨ ਦੀ ਕਲਾ ਸਿੱਖੀ ਸੀ। ਸੋ ਮਹਾਰਾਜ ਮਰਨਾ ਤਾਂ ਉੱਦਾਂ ਵੀ ਹੈ, ਅਗਰ ਅਸੀਂ ਇਹਨੂੰ ਮੌਕਾ ਦੇ ਦਈਏ, ਕਿਹੜਾ ਇਹਨਾਂ ਦੌੜ ਜਾਣਾ ਕਿਤੇ, ਇੱਕ ਮਾਮੂਲੀ ਆਦਮੀ ਹੈ, ਇੱਕ ਵਾਰ ਮੌਕਾ ਹੀ ਦੇ ਦਈਏ ਕਿ ਚੱਲ ਭਾਈ ਮੋਤੀ ਬਣਾ ਕੇ ਦਿਖਾ, ਮੋਤੀ ਬਣਾ ਕੇ ਦਿਖਾ, ਤਾਂ ਸਾਡਾ ਕੀ ਜਾਂਦਾ ਹੈ। ਅਸੀਂ ਸੈਨਿਕਾਂ ਦੀ ਨਿਗਰਾਨੀ ਵਿੱਚ ਇਹਨੂੰ ਮੌਕਾ ਦਿੰਦੇ ਹਾਂ। ਹੁਣ ਜ਼ਰਾ ਸਮਝਣਾ ਸਾਰੇ ਜੀ, ਇਹ ਸਾਨੂੰ ਗਿਆਨ ਦੇਣ ਵਾਸਤੇ ਕਹਾਣੀ ਹੈ ਕਿ ਰਾਜੇ ਨੇ ਕਿਹਾ ਠੀਕ ਹੈ, ਫਿਰ ਅਗਰ ਮੋਤੀ ਬਣਾਉਣ ਦੀ ਕਲਾ ਇਹਨੂੰ ਹੈ ਤਾਂ ਫਿਰ ਤਾਂ ਮੈਂ ਬਹੁਤ ਅਮੀਰ ਹੋ ਸਕਦਾ ਕਿ ਮੋਤੀ ਬਣਾ ਬਣਾ ਕੇ ਆਪਣਾ ਖਜ਼ਾਨਾ ਮੈਂ ਭਰ ਸਕਦਾ ਹਾਂ। ਤਾਂ ਉਸ ਵੇਲੇ ਰਾਜੇ ਨੇ ਕਿਹਾ ਕਿ ਸੱਚਮੁੱਚ ਤੇਰੇ ਅੰਦਰ ਇਹ ਵਿਦਿਆ ਪ੍ਰਗਟ ਹੋਈ ਹੈ। ਉਹ ਕਹਿੰਦਾ ਜੀ ਹਾਂ, ਮੌਕਾ ਦਿਓ, ਮੈਂ ਤੁਹਾਨੂੰ ਕਰਕੇ ਦਿਖਾऊं। ਰਾਜਾ ਕਹਿੰਦਾ ਠੀਕ ਹੈ, ਫਿਰ ਦਿੱਤਾ ਤੈਨੂੰ ਮੌਕਾ, ਦੱਸ ਤੈਨੂੰ ਚਾਹੀਦਾ ਕੀ ਹੈ। ਤਾਂ ਉਸ ਵੇਲੇ ਉਹਨਾਂ ਕਿਹਾ ਮਹਾਰਾਜ ਮੈਨੂੰ ਉਹ ਮੈਦਾਨ ਚਾਹੀਦਾ ਜਿੱਥੇ ਹਰੀ ਹਰੀ ਘਾਸ ਹੋਵੇ, ਹਰੀ ਹਰੀ ਘਾਸ ਹੋਵੇ, ਮੈਨੂੰ ਉਹ ਮੈਦਾਨ ਚਾਹੀਦਾ ਹੈ, ਬਸ ਉਹ ਮੈਦਾਨ ਮੈਨੂੰ ਦੇ ਦਿਓ। ਔਰ ਰਾਜਾ ਕਹਿੰਦਾ ਕਿੰਨੇ ਦਿਨਾਂ ਵਾਸਤੇ? ਕਹਿੰਦਾ ਜੀ 2 ਦਿਨਾਂ 'ਚ ਹੀ ਮੋਤੀ ਬਣਾ ਦੂੰ, ਬਸ 2 ਦਿਨ ਦਾ ਮੌਕਾ ਦਿਓ, ਹਰੀ ਘਾਸ ਵਾਲਾ ਮੈਦਾਨ ਦੇ ਦਿਓ, ਤਾਂ ਫਿਰ ਮੈਂ ਤੁਹਾਨੂੰ ਸੰਦੇਸ਼ਾ ਭੇਜੂੰ, ਆਇਓ ਔਰ ਆ ਕੇ ਮੋਤੀ ਇਕੱਠੇ ਕਰ ਲਿਓ। ਜਰਾ ਸਮਝਣਾ ਸਾਰੇ ਜੀ। ਹੁਣ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਉਹਨੇ ਗੱਲ ਕਹੀ ਤਾਂ ਰਾਜੇ ਨੇ, ਕਿਹੜਾ ਰਾਜੇ ਨੂੰ ਕਮੀ ਸੀ, ਕਹਿਤਾ ਵੀ ਉਹ ਇੱਕ ਜ਼ਮੀਨ ਹੈ, ਟੁਕੜਾ ਹੈ ਜਿੱਥੇ ਹਰੀ ਹਰੀ ਘਾਸ ਹੈ, ਦੇ ਦਿਓ ਇਹਨੂੰ। ਔਰ ਆਲੇ ਦੁਆਲੇ ਸੈਨਿਕ ਦੇ ਖੜੇ ਕਰ ਦਿੱਤੇ, ਕਿਤੇ ਦੌੜੇ ਨਾ, ਇਹ ਧਿਆਨ ਰੱਖਿਓ। ਹੁਣ ਉੱਥੇ ਗਿਆ, ਵਜ਼ੀਰ ਦੇ ਦੱਸੇ ਅਨੁਸਾਰ ਉਹ ਗਿਆ ਉੱਥੇ, ਬਸ ਜਾ ਕੇ ਬਹਿ ਗਿਆ ਗੱਬੇ, ਆਸਣ ਲਗਾ ਕੇ, ਚੌਂਕੜੀ ਲਗਾ ਕੇ, ਭੋਜਨ ਮੰਗਾ ਲਿਆ। ਪਹਿਲਾਂ ਤਾਂ ਪੇਟ ਭਰ ਕੇ ਭੋਜਨ ਕੀਤਾ, ਖਾਣ ਪੀਣ ਨੂੰ ਸ਼ਰਬਤ ਮੰਗਾ ਲਏ, ਕਿਉਂਕਿ ਹੁਣ ਤਾਂ ਮੋਤੀ ਪੈਦਾ ਕਰਨੇ ਭਾਈ, ਹੁਣ ਜੋ ਹੁਕਮ ਹੋ ਰਿਹਾ ਦਿਓ। ਚੰਗਾ ਆਪਣਾ ਪੇਟ ਵੀ ਭਰਿਆ, ਅੱਛੇ ਤੋਂ ਅੱਛੇ ਸ਼ਰਬਤ ਵੀ ਲਏ। 2 ਦਿਨ ਉੱਥੇ ਬੈਠਾ ਰਿਹਾ ਅੱਖਾਂ ਬੰਦ ਕਰਕੇ, 2 ਦਿਨ ਬੈਠਾ ਰਿਹਾ ਅੱਖਾਂ ਬੰਦ ਕਰਕੇ। ਔਰ ਦੂਸਰੇ ਦਿਨ ਸਵੇਰੇ ਸਵੇਰੇ ਤੜਕੇ ਤੜਕੇ ਸੈਨਿਕਾਂ ਨੂੰ ਕਿਹਾ ਜਾਓ ਬੁਲਾ ਲਿਓ ਰਾਜੇ ਨੂੰ। ਤਾਂ ਵਜ਼ੀਰ ਵੀ ਪਹਿਲੇ ਹੀ ਤਿਆਰ ਸੀ, ਕਿਉਂਕਿ ਪਤਾ ਸੀ ਆਹ ਟਾਈਮ ਮੈਂ ਦਿੱਤਾ ਹੋਇਆ ਹੈ। ਵਜ਼ੀਰ ਵੀ ਆ ਗਿਆ, ਰਾਜਾ ਵੀ ਆ ਗਿਆ, ਸੈਨਿਕ ਵੀ ਆ ਗਏ ਦੇਖਣ ਵਾਸਤੇ, ਔਰ ਕਈ ਨਗਰ ਦੇ ਲੋਕ ਵੀ ਪਹੁੰਚ ਗਏ ਉੱਥੇ, ਕਿਉਂਕਿ ਜ਼ਮੀਨ ਦਾ ਟੁਕੜਾ ਸੀ, ਕੋਈ ਵੀ ਆ ਕੇ ਦੇਖ ਸਕਦਾ ਹੈ। ਕਿ ਇਹਨਾਂ ਕਿਹਾ ਸੀ 2 ਦਿਨਾਂ 'ਚ ਮੋਤੀ ਬਣਾ ਦੇਵਾਂਗੇ। ਹੁਣ ਸਾਰੇ ਜਾਣਨਾ ਚਾਹੁੰਦੇ, ਮੋਤੀ ਬਣ ਵੀ ਜਾਂਦੇ ਆ। ਹੁਣ ਜਦੋਂ ਰਾਜਾ ਆ ਗਿਆ, ਪ੍ਰਜਾ ਦੇ ਕਈ ਲੋਕ ਆ ਗਏ, ਮੰਤਰੀ ਵਜ਼ੀਰ ਸਾਰੇ ਇਕੱਠੇ ਹੋ ਗਏ, ਤਾਂ ਰਾਜਾ ਕਹਿੰਦਾ ਕਿੱਥੇ ਆ ਮੋਤੀ? ਉਹ ਕਹਿੰਦਾ ਜੀ ਬਹਿ ਕੇ ਦੇਖੋ, ਬਹਿ ਕੇ ਦੇਖੋ। ਜਦੋਂ ਰਾਜੇ ਨੇ ਦੇਖਿਆ ਤਾਂ ਘਾਸ ਦੇ ਉੱਪਰ ਤਰੇਲ ਦੇ ਛੋਟੇ ਛੋਟੇ, ਤੁਸੀਂ ਦੇਖੋਗੇ ਕਦੀ ਸਵੇਰੇ ਸਵੇਰੇ। ਕਹਿੰਦਾ ਮਹਾਰਾਜ ਆ ਮੋਤੀਆਂ ਨਾਲ ਭਰੇ ਹੋਏ ਐ, ਇਹ ਮੈਂ 2 ਦਿਨ ਬਹਿ ਕੇ ਇੱਥੇ ਮੰਤਰ ਵਿਦਿਆ ਦਾ ਉਪਯੋਗ ਕੀਤਾ ਹੈ। ਹੁਣ ਇਹ ਮੋਤੀ ਇਕੱਠੇ ਕਰ ਲੋ, ਪਰ ਇੱਕ ਸ਼ਰਤ ਹੈ, ਇਹ ਮੋਤੀ ਉਹੀ ਇਕੱਠੇ ਕਰ ਸਕਦਾ ਹੈ ਜਿਹਨੇ ਕਦੀ ਜੀਵਨ 'ਚ ਚੋਰੀ ਨਾ ਕੀਤੀ ਹੋਵੇ। ਜਿਹਨੇ ਚੋਰੀ ਕੀਤੀ ਹੋਏਗੀ ਉਹਦਾ ਹੱਥ ਲੱਗਦਿਆਂ ਮੋਤੀ ਪਾਣੀ ਤਰ੍ਹਾਂ ਪਿਘਲ ਜਾਏਗਾ। ਇਹ ਮੇਰੇ ਗੁਰੂ ਨੇ ਪਹਿਲਾਂ ਹੀ ਮੈਨੂੰ ਵਿਦਿਆ ਦਿਖਾਈ ਸੀ। ਸੋ ਮਹਾਰਾਜ ਮੇਰੇ ਤੋਂ ਇੱਕ ਵਾਰ ਚੋਰੀ ਹੋ ਗਈ, ਮੈਂ ਤਾਂ ਇਹਨਾਂ ਨੂੰ ਇਕੱਠੇ ਕਰ ਨਹੀਂ ਸਕਦਾ। ਮੋਤੀ ਬਣਾ ਮੈਂ ਦਿੱਤੇ ਹੈ, ਮੈਂ ਇਕੱਠੇ ਨਹੀਂ ਕਰ ਸਕਦਾ, ਕਿਉਂਕਿ ਮੈਂ ਇੱਕ ਵਾਰ ਚੋਰੀ ਕਰ ਚੁੱਕਾ ਹਾਂ। ਜੇ ਮੈਂ ਨਾ ਕੀਤੀ ਹੁੰਦੀ ਤਾਂ ਮੈਂ ਇਕੱਠੇ ਕਰ ਲੈਣੇ ਸੀ, ਇਕੱਠੇ ਕਰਕੇ ਤੁਹਾਡੀ ਝੋਲੀ ਭਰ ਦੇਣੀ ਸੀ। ਪਰ ਮਹਾਰਾਜ ਮੇਰੇ ਤੋਂ ਇੱਕ ਵਾਰ ਇਹ ਗਲਤੀ ਹੋ ਚੁੱਕੀ ਹੈ, ਬਣਾ ਮੈਂ ਦਿੱਤੇ ਹੈ, ਹੁਣ ਇਕੱਠੇ ਤੁਸੀਂ ਆ ਪ੍ਰਜਾ ਤੋਂ, ਆਪਣੇ ਸੈਨਿਕਾਂ ਤੋਂ, ਆਪਣੇ ਦਰਬਾਰੀਆਂ ਤੋਂ ਜਾਪ ਕਰ ਲਓ। ਹੁਣ ਰਾਜਾ ਦੇਖੇ ਸਾਰਿਆਂ ਵੱਲ, ਕਹਿੰਦੇ ਹਾਂ ਵੀ ਕਿਹੜਾ ਆਏਗਾ ਇਹਨੂੰ ਇਕੱਠੇ ਕਰਨ। ਤਾਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਣੀ ਹੈ, ਜੇ ਨਾ ਵੀ ਹੱਥ ਲਾਇਆ ਚੋਰ ਸਾਬਿਤ ਹੋ ਜਾਣਾ। ਔਰ ਕਦੀ ਨਾ ਕਦੀ ਚੋਰੀ ਤਾਂ ਅਸੀਂ ਕੀਤੀ ਹੈ, ਚਾਹੇ ਆਪਣੇ ਡੈਡੀ ਦੀ ਜੇਬ 'ਚੋਂ ਪੈਸੇ ਕੱਢੇ ਹੋਣ, ਚਾਹੇ ਰਸੋਈ 'ਚੋਂ ਚੋਰੀ ਕੱਢ ਕੇ ਕੁਛ ਮਾਂ ਤੋਂ ਚੋਰੀ ਖਾਧਾ ਹੋਵੇ, ਚਾਹੇ ਬਾਪ ਤੋਂ ਚੋਰੀ ਖਾਧਾ ਹੋਵੇ, ਚਾਹੇ ਭਰਾ ਤੋਂ ਚੋਰੀ ਖਾਧਾ ਹੋਵੇ, ਚਾਹੇ ਪਤਨੀ ਤੋਂ, ਚਾਹੇ ਪਤੀ ਤੋਂ, ਕਿਤੇ ਨਾ ਕਿਤੇ ਤਾਂ ਚੋਰੀ ਕੀਤੀ ਹੈ। ਜੇ ਹੁਣ ਤੁਸੀਂ ਬੈਠੇ ਹੋ, ਜਰਾ ਵਿਚਾਰ ਕਰਕੇ ਦੇਖੋ ਕਿ ਜੀਵਨ 'ਚ ਕਦੀ ਤੁਸੀਂ ਚੋਰੀ ਕੀਤੀ ਨਹੀਂ? ਕਦੀ ਨਾ ਕਦੀ ਤਾਂ ਬੰਦਾ, ਕਹਿੰਦੇ ਆ ਕਈ ਕਾਮਚੋਰ ਵੀ ਹੁੰਦੇ ਆ, ਕੋਈ ਕੰਮ ਹੀ ਨਹੀਂ ਕਰਨਾ ਉਹਨੂੰ ਵੀ ਚੋਰ ਕਿਹਾ ਜਾਂਦਾ ਹੈ, ਇਹ ਭਾਈ ਕਾਮਚੋਰ ਹੈ, ਇਹ ਕੰਮ ਹੀ ਨਹੀਂ ਕਰਦਾ। ਸੋ ਚੋਰੀ ਤਾਂ ਹਰ ਇੱਕ ਨੇ ਕੀਤੀ ਹੁੰਦੀ ਹੈ। ਹੁਣ ਰਾਜਾ ਵੀ ਦੇਖੇ ਤਾਂ ਉਹਨਾਂ ਕਿਹਾ ਮਹਾਰਾਜ ਗੱਲ ਕੀ ਹੈ, ਇੰਨੀ ਪ੍ਰਜਾ ਖੜੀ ਹੈ, ਤੁਹਾਡੇ ਦਰਬਾਰੀ ਖੜੇ, ਤੁਸੀਂ ਆਪ ਖੜੇ ਆ ਸਾਖਸ਼ਾਤ, ਕੋਈ ਤਾਂ ਇਕੱਠੇ ਕਰੋ। ਮੇਰੀ 2 ਦਿਨ ਦੀ ਮਿਹਨਤ ਬੇਕਾਰ ਜਾ ਰਹੀ ਹੈ, 2 ਦਿਨ ਦੀ ਮਿਹਨਤ ਬੇਕਾਰ ਚਲੀ ਜਾਣੀ ਹੈ। 2 ਦਿਨ ਮੈਂ ਇੱਥੇ ਬਹਿ ਕੇ ਤਪੱਸਿਆ ਕੀਤੀ, ਆਪਣੇ ਮੰਤਰ ਦਾ ਉਚਾਰਨ ਕੀਤਾ, ਗੁਰੂ ਦੀ ਵਿਦਿਆ ਦਾ ਉਚਾਰਨ ਕੀਤਾ, ਤਾਂ ਇੰਨੇ ਮੋਤੀ ਇੱਥੇ ਭਰੇ। ਹੁਣ ਚੱਕੋ ਤਾਂ ਸਹੀ, ਕਿਤੇ ਮੇਰੀ ਮਿਹਨਤ ਵਿਅਰਥ ਨਾ ਜਾਵੇ, ਹੁਣ ਕੋਈ ਅੱਗੇ ਨਾ ਹੋਵੇ। ਤਾਂ ਉਸ ਵੇਲੇ ਮੰਤਰੀ ਨੇ ਕਿਹਾ ਪ੍ਰਜਾ ਨੂੰ, ਉਹ ਚੱਕੋ ਭਾਈ। ਉਹ ਕਹਿੰਦੇ ਨਹੀਂ ਜੀ, ਅਸੀਂ ਕਦੀ ਨਾ ਕਦੀ ਚੋਰੀ ਕੀਤੀ ਹੋਈ ਹੈ। ਤਾਂ ਦਰਬਾਰੀਆਂ ਨੂੰ ਕਿਹਾ, ਦਰਬਾਰੀ ਵੀ ਚੁੱਪ। ਰਾਜੇ ਨੇ ਮੰਤਰੀ ਨੂੰ ਕਿਹਾ ਤੂੰ ਚੁੱਕ ਲੈ।
ਮੰਤਰੀ ਕਹਿੰਦਾ ਜੀ, ਵਜ਼ੀਰ ਕਹਿੰਦਾ ਮਹਾਰਾਜ ਚੋਰੀ ਤਾਂ ਮੈਂ ਵੀ ਕੀਤੀ ਹੈ, ਕਦੀ ਨਾ ਕਦੀ ਜਿੱਦਾਂ ਦੱਸਿਆ ਘਰ ਦੇ ਵਿੱਚ ਬੰਦਾ ਕਰ ਹੀ ਲੈਂਦਾ ਹੈ। ਤਾਂ ਉਸ ਵੇਲੇ ਮੰਤਰੀ ਨੇ ਵੀ ਇਸ਼ਾਰਾ ਕੀਤਾ, ਕਹਿੰਦਾ ਰਾਜਾ ਸਾਹਿਬ ਮਹਾਰਾਜ ਤੁਸੀਂ ਚੱਕ ਲਓ, ਤੁਸੀਂ ਤਾਂ ਰਾਜੇ ਹੋ। ਤਾਂ ਰਾਜਾ ਵੀ ਚੁੱਪ ਕਰਕੇ ਕਹਿੰਦਾ ਨਹੀਂ, ਚੋਰੀ ਤਾਂ ਮੈਂ ਵੀ ਕਰਦਾ ਰਿਹਾ ਹਾਂ, ਚੋਰੀ ਤਾਂ ਮੈਂ ਵੀ ਕਰਦਾ ਰਿਹਾ ਹਾਂ। ਹੁਣ ਜਦੋਂ ਇਦਾਂ ਦੀ ਗੱਲ ਸਾਬਿਤ ਹੋਈ ਤਾਂ ਉਸ ਵੇਲੇ ਮੰਤਰੀ ਨੇ ਕਿਹਾ ਲਓ ਜੀ ਫਿਰ ਤਾਂ ਕੰਮ ਖਰਾਬ ਹੈ। ਰਾਜਾ ਕਹਿੰਦਾ ਕਾਹਦਾ ਕੰਮ ਖਰਾਬ ਹੈ? ਕਹਿੰਦਾ ਹੁਣ ਤਾਂ ਆ ਇੰਨੀਆਂ ਫਾਂਸੀ ਦੀਆਂ ਫੰਦੀਆਂ ਤਿਆਰ ਕਰਨੀਆਂ ਪੈਣੀਆਂ ਹੈ, ਆ ਜਿੰਨੇ ਖੜੇ ਹੈ, ਕਿਉਂਕਿ ਜੇ ਚੋਰੀ ਦੀ ਸਜ਼ਾ ਮੌਤ ਹੈ ਤਾਂ ਮਹਾਰਾਜ ਤੁਹਾਨੂੰ ਵੀ ਮੈਨੂੰ ਵੀ ਇਹ ਸਾਰਿਆਂ ਨੂੰ ਵੀ ਇਹ ਸਜ਼ਾ ਮਿਲਣੀ ਚਾਹੀਦੀ ਹੈ, ਕਰੋ ਫੰਦੀਆਂ ਤਿਆਰ। ਤਾਂ ਹੁਣ ਤਾਂ ਬਾਦਸ਼ਾਹ ਦੇਖੇ ਇੱਕ ਦੂਜੇ ਦੇ ਮੂੰਹ ਵੱਲ ਨੂੰ। ਫਿਰ ਵਜ਼ੀਰ ਹੱਸਿਆ ਤਾਂ ਬਾਦਸ਼ਾਹ ਸਮਝ ਗਿਆ ਇਹਦੇ ਪਿੱਛੇ ਵਜ਼ੀਰ ਦੀ ਕੋਈ ਸਕੀਮ ਹੈ। ਉਹ ਕਹਿੰਦਾ ਕਹਾਣੀ ਕੀ ਦੱਸਣਾ, ਦੱਸ ਮੈਨੂੰ। ਤਾਂ ਵਜ਼ੀਰ ਕਹਿੰਦਾ ਮਹਾਰਾਜ ਗੱਲ ਇਹੀ ਹੈ, ਉਹਨੇ ਛੋਟੀ ਜਿਹੀ ਚੋਰੀ ਕੀਤੀ, ਉਹ ਤਾਂ ਸਾਨੂੰ ਨਜ਼ਰ ਆ ਗਈ, ਸਾਰੇ ਚੋਰ ਚੋਰ ਕਹਿਣਾ ਉਹਨੂੰ ਸ਼ੁਰੂ ਕਰ ਦਿੱਤੇ। ਆਪ ਬੰਦੇ ਨੇ ਜੀਵਨ 'ਚ ਪਤਾ ਨਹੀਂ ਕਿੰਨੀਆਂ ਕੁ ਚੋਰੀਆਂ ਕੀਤੀਆਂ, ਤਾਂ ਆਪਣੇ ਆਪ ਨੂੰ ਕਦੀ ਬੰਦਾ ਸਾਹਮਣੇ ਪੇਸ਼ ਨਹੀਂ ਕਰਦਾ ਕਿ ਮਹਾਰਾਜ ਇਹਨਾਂ ਇੱਕ ਵਾਰੀ ਖਾਣੇ ਦੀ ਚੋਰੀ ਕਰ ਲਈ, ਇਹਨੂੰ ਤਾਂ ਫਾਹੀ ਦੇ ਰਹੇ ਹੋ, ਆ ਮੈਂ ਵੀ ਦਿਨ 'ਚ ਇੰਨੀ ਵਾਰੀ ਚੋਰੀ ਕਰਦਾ ਆ, ਜਾਂ ਆਪਣੇ ਜੀਵਨ 'ਚ ਇੰਨੀ ਵਾਰੀ ਚੋਰੀ ਕੀਤੀ, ਮੈਨੂੰ ਵੀ ਲਟਕਾਓ। ਨਹੀਂ, ਤਮਾਸ਼ਾ ਦੇਖਣ ਨੂੰ ਤਾਂ ਸਾਰੇ ਇਕੱਠੇ ਹੋ ਜਾਂਦੇ ਹੈ ਦੂਜੇ ਦੀ ਗਲਤੀ ਤੇ, ਪਰ ਆਪਣੀ ਗਲਤੀ ਮੰਨਣ ਨੂੰ ਕੋਈ ਕਦੀ ਤਿਆਰ ਨਹੀਂ ਹੁੰਦਾ। ਉਸ ਲਈ ਰਾਜੇ ਨੂੰ ਸਮਝ ਆ ਗਈ, ਤਾਂ ਰਾਜੇ ਨੇ ਉਸ ਵੇਲੇ ਕਹਿ ਦਿੱਤਾ ਕਿ ਜਾ ਵੀ ਤੈਨੂੰ ਆਜ਼ਾਦ ਕੀਤਾ, ਕਿਉਂਕਿ ਇਹ ਵਜ਼ੀਰ ਦਾ ਇੱਕ ਤਰੀਕਾ ਸੀ ਸਮਝਾਉਣ ਦਾ। ਸੋ ਕਹਿਣ ਦਾ ਮਤਲਬ ਕੀ ਹੈ? ਉਹ ਕਹਿੰਦੇ ਸਭ ਤੋਂ ਅਰਸਤੂ ਕਹਿੰਦੇ ਸਭ ਤੋਂ ਆਸਾਨ ਕੰਮ ਹੈ ਦੂਜੇ ਨੂੰ ਦੇਖਣਾ, ਦੂਜੇ ਦੀ ਗਲਤੀ ਨੂੰ ਦੇਖਣਾ, ਦੂਜਾ ਕੀ ਕਰ ਰਿਹਾ ਹੈ, ਦੂਜਾ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ। ਉਹ ਕਹਿੰਦੇ ਇਹ ਦੇਖਣਾ ਬਹੁਤ ਆਸਾਨ ਹੈ, ਪਰ ਸਭ ਤੋਂ ਮੁਸ਼ਕਿਲ ਹੈ ਆਪਣੇ ਆਪ ਨੂੰ ਜਾਣਨਾ, ਆਪਣੀਆਂ ਗਲਤੀਆਂ ਨੂੰ ਜਾਣ ਕੇ ਆਪਣੇ ਅੰਦਰ ਬਦਲਾਵ ਲਿਆਣਾ। ਇਸ ਲਈ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਆਪਣੇ ਆਪ ਦੀਆਂ ਗਲਤੀਆਂ ਨੂੰ ਜਾਣ ਕੇ ਆਪਣੇ ਅੰਦਰ ਬਦਲਾਵ ਲਿਆਂਦਾ ਹੈ ਨਾ, ਜ਼ਿੰਦਗੀ ਉਹਦੀ ਬਦਲਦੀ ਹੈ। ਇਸ ਲਈ ਇਸ ਗੱਲ ਨੂੰ ਆਪਣੇ ਅੰਦਰ ਬਿਠਾ ਲੈਣਾ ਕਿ ਅਸੀਂ ਦੂਜਿਆਂ ਦੀਆਂ ਗਲਤੀਆਂ ਦੇਖ ਕੇ ਉਹਦੀ ਨਿੰਦਿਆ ਕਰਨ 'ਚ ਨਹੀਂ ਟਾਈਮ ਗਵਾਉਣਾ। ਦੂਜਿਆਂ ਦੀਆਂ ਗਲਤੀਆਂ ਦੇਖ ਕੇ ਉਹ ਦੂਜੇ ਦੀ ਗੱਲਬਾਤ ਕਰਦੇ ਹੀ ਇਹ ਪਲ ਨਹੀਂ ਗਵਾਉਣੇ, ਬਲਕਿ ਆਪਣੀਆਂ ਕਮੀਆਂ ਨੂੰ ਜਾਣ ਕੇ, ਆਪਣੇ ਆਪ ਨੂੰ ਜਾਣ ਕੇ ਕਿ ਮੇਰੇ ਅੰਦਰ ਕਿਹੜੀ ਕਿਹੜੀ ਕਮੀ ਹੈ, ਕਿਹੜੀ ਕਿਹੜੀ ਘਾਟ ਹੈ, ਉਹ ਆਪਣੇ ਅੰਦਰ ਦੀਆਂ ਕਮੀਆਂ ਨੂੰ ਪੂਰਾ ਕਰਨ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਔਰ ਇਹ ਕੰਮ ਹੈ ਜ਼ਰੂਰ ਮੁਸ਼ਕਿਲ, ਪਰ ਇਹ ਗੱਲ ਯਾਦ ਰੱਖੋ, ਜਿਹੜਾ ਕੰਮ ਮੁਸ਼ਕਿਲ ਹੋਵੇ ਨਾ, ਜੀਵਨ 'ਚ ਬਦਲਾਵ ਵੀ ਉਹੀ ਲਿਆਂਦਾ ਹੈ, ਕਾਮਯਾਬੀ ਦੀ ਉਚਾਈਆਂ ਤੱਕ ਵੀ ਉਹੀ ਪਹੁੰਚਾਉਂਦਾ ਹੈ। ਫਰਜ਼ ਕਰੋ ਇੱਕ ਇਨਸਾਨ 50 ਫੁੱਟ ਦੀ ਪਹਾੜੀ ਤੇ ਚੜ੍ਹ ਜਾਂਦਾ ਹੈ ਕਿ 50 ਫੁੱਟ ਉੱਚੀ ਪਹਾੜੀ ਹੈ, ਤੇ ਇੱਕ ਹੈ ਮਾਊਂਟ ਐਵਰੈਸਟ। ਹੁਣ ਮਾਊਂਟ ਐਵਰੈਸਟ ਤੇ ਚੜ੍ਹਨਾ ਮੁਸ਼ਕਿਲ ਹੈ, ਪਰ ਜਿਹੜਾ ਮੁਸ਼ਕਿਲ ਦਾ ਸਾਹਮਣਾ ਕਰਕੇ ਉਸ ਉਚਾਈ ਤੇ ਪਹੁੰਚ ਜਾਂਦਾ ਹੈ, ਫਿਰ ਕਾਮਯਾਬ ਵੀ ਉਹੀ ਹੁੰਦਾ, ਦੁਨੀਆ ਤੇ ਨਾਮ ਵੀ ਉਹਦਾ ਹੀ ਹੁੰਦਾ ਹੈ। ਤਾਂ ਇੱਕ ਮਿਸਾਲ ਦਿੱਤੀ ਹੈ ਕਿ ਜਦੋਂ ਛੋਟੀ ਛੋਟੀਆਂ ਗੱਲਾਂ ਅਸੀਂ ਕਰਦੇ ਹਾਂ ਤਾਂ ਉਹਨਾਂ ਜੀਵਨ 'ਚ ਬਦਲਾਵ ਨਹੀਂ ਆਉਂਦੇ। ਜਦੋਂ ਅਸੀਂ ਮੁਸ਼ਕਿਲ ਨੂੰ ਚੁਣਦੇ ਹਾਂ, ਔਰ ਸਭ ਤੋਂ ਮੁਸ਼ਕਿਲ ਕੰਮ ਹੈ ਆਪਣੇ ਆਪ ਨੂੰ ਦੇਖਣਾ, ਆਪਣੇ ਅੰਦਰ ਆਪਣੇ ਆਪ ਨੂੰ ਜਾਣਨਾ, ਆਪਣੀਆਂ ਕਮੀਆਂ ਦੇਖਣੀਆਂ ਔਰ ਆਪਣੇ ਅੰਦਰ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰਨੀ। ਕੰਮ ਮੁਸ਼ਕਿਲ ਹੈ, ਪਰ ਜਦੋਂ ਇਹ ਕੰਮ ਅਸੀਂ ਕਰਦੇ ਹਾਂ ਤਾਂ ਸਾਡਾ ਜੀਵਨ ਫਿਰ ਬਦਲਦਾ ਹੈ, ਫਿਰ ਸਾਡਾ ਜੀਵਨ ਸਫਲ ਹੈ। ਸੋ ਦੂਸਰਾ ਸੂਤਰ ਕੀ ਸੀ ਕਿ ਸਭ ਤੋਂ ਆਸਾਨ ਕੰਮ ਕਿਹੜਾ ਹੈ? ਦੂਜੇ ਨੂੰ ਦੇਖਣਾ, ਔਰ ਸਭ ਤੋਂ ਮੁਸ਼ਕਿਲ ਕੰਮ ਹੈ ਆਪਣੇ ਆਪ ਨੂੰ ਜਾਣਨਾ। ਇਸ ਲਈ ਆਓ ਆਪਣੇ ਆਪ ਨੂੰ ਜਾਣੀਏ, ਆਪਣੀਆਂ ਕਮੀਆਂ ਨੂੰ ਪਹਿਚਾਣੀਏ ਔਰ ਉਹਨਾਂ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਬਦਲ ਕੇ ਆਪਣੀ ਉਹ ਸੱਚੀ ਮੰਜ਼ਿਲ ਨੂੰ ਪ੍ਰਾਪਤ ਕਰੀਏ। ਔਰ ਤੀਸਰਾ ਸੂਤਰ ਹੈ अरस्तू ਦਾ कि आदमी कितना जीता है ये महत्वपूर्ण नहीं है, वो कैसे जीता है ये महत्वपूर्ण है। समझ आई? ये तीसरा सूत्र है कि आदमी किन्ना जिउंदा है, यानी किन्नी लंबी जिंदगी जिउंदा है। कहंदे ये गल इन्नी महत्व नहीं रखती, महत्वपूर्ण नहीं है। महत्वपूर्ण ये है कि आदमी जींदा किदां है। ये गल की गहराई नूं थोड़ा समझना, क्योंकि एक इंसान कहता है मैं 100 साल जिया, वो कहते ये बड़ी गल नहीं है कि तू 100 साल जिया, बड़ी गल यह है कि 100 साल तू कीता की, 100 साल तू कीता की, किस ढंग नाल जिया तू। इसलिए इत्थे उन्हां दे कहण दा मतलब की है कि तेरी लंबी उम्र मायने नहीं रखांदी, तेरी अच्छी करनी मायने रखांदी है कि ये जिंदगी तू करनी कैसी कीती है। इसलिए अज इंसान ये तो कोशिश करता कि मेरी उम्र लंबी होवे, बोलो समझते हो कि नहीं, कि मेरी उम्र लंबी होवे, पर वो कहते कि लंबी उम्र नूं की करांगे, या लंबी उम्र का की फायदा जे तेरी उस उम्र दे विच अच्छी करनी ना होवे। इसलिए तू किन्नी लंबी जिंदगी जिया ये महत्वपूर्ण नहीं है,
ਪਰ ਤੂੰ ਕੈਸੀ ਜ਼ਿੰਦਗੀ ਜੀਆਂ ਇਹ ਮਹੱਤਵਪੂਰਨ ਹੈ। ਇਸ ਲਈ ਇੱਥੇ ਅਸੀਂ ਇਹ ਛੋਟੇ ਜਿਹੇ ਸੂਤਰ ਨੂੰ ਇਹ ਛੋਟੇ ਜਿਹੇ ਢੰਗ ਨਾਲ ਹੀ ਸਮਝ ਲੈਣਾ ਹੈ ਕਿ ਆਪਣੀ ਜ਼ਿੰਦਗੀ 'ਚ ਇਹ ਦੇਖੋ ਕਿ ਮੈਂ ਇਹ ਜ਼ਿੰਦਗੀ ਕਿਸ ਤਰ੍ਹਾਂ ਜੀ ਰਿਹਾ ਹਾਂ, ਇਹ ਮੇਰੀ ਜ਼ਿੰਦਗੀ ਕੈਸੀ ਗੁਜ਼ਰ ਰਹੀ ਹੈ। ਕਿ ਮੈਂ ਦੂਜਿਆਂ ਨੂੰ ਤਕਲੀਫ ਦਿੰਦਾ ਜ਼ਿੰਦਗੀ ਜੀ ਰਿਹਾ ਹਾਂ, ਕਿ ਮੈਂ ਦੂਜਿਆਂ ਦੀ ਬੁਰੀ ਭਾਵਨਾ ਲੈ ਕੇ ਬੁਰਾ ਕਰਦਾ ਜ਼ਿੰਦਗੀ ਜੀ ਰਿਹਾ ਹਾਂ, ਕਿ ਮੈਂ ਉਸ ਰਸਤੇ ਚੱਲ ਕੇ ਜ਼ਿੰਦਗੀ ਜੀ ਰਿਹਾ ਜਿਸ 'ਚ ਮੈਨੂੰ ਵੀ ਕਸ਼ਟ ਮਿਲੇ ਤਾਂ ਦੂਜਿਆਂ ਨੂੰ ਵੀ ਕਸ਼ਟ ਮਿਲੇ, ਜਾਂ ਮੈਂ ਉਸ ਰਸਤੇ ਚੱਲ ਕੇ ਜ਼ਿੰਦਗੀ ਜੀ ਰਿਹਾ ਜਿਸ 'ਚ ਮੈਨੂੰ ਵੀ ਖੁਸ਼ੀ ਮਿਲੇ ਤਾਂ ਦੂਜਿਆਂ ਨੂੰ ਵੀ ਖੁਸ਼ੀ ਮਿਲੇ। ਇਹ ਗੱਲ ਸਮਝ ਲੈਣਾ ਥੋੜਾ ਜਿਹਾ। ਇਹ ਛੋਟੇ ਜਿਹੇ ਸੂਤਰ ਤੋਂ ਅਸੀਂ ਬਸ ਇੰਨੀ ਗੱਲ ਨੂੰ ਸਮਝ ਲੈਣਾ ਹੈ ਕਿ ਕਈ ਇਨਸਾਨ ਕਹਿੰਦੇ ਹੈ ਕਿ ਮੇਰੀ ਉਮਰ ਲੰਬੀ ਹੋਵੇ, ਤਾਂ ਹੁਣ ਜ਼ਰਾ ਸੋਚੋ, ਜੇ ਹਿਟਲਰ ਵਰਗਾ ਬੁਰਾ ਇਨਸਾਨ 100 ਸਾਲ ਜੀਂਦਾ ਹੈ ਤਾਂ 100 ਸਾਲ ਜੀਣ ਦਾ ਫਾਇਦਾ ਕੀ? ਉਹਨਾਂ 100 ਸਾਲ ਕਰਨਾ ਤਾਂ ਬੁਰਾ ਹੀ ਹੈ, ਕਰਨਾ ਤਾਂ ਪਾਪ ਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਕਹਿੰਦੇ 100 ਸਾਲ ਪਾਪ ਦੀ ਜ਼ਿੰਦਗੀ ਜੀਣ ਨਾਲੋਂ ਚੰਗਾ ਭਾਈ ਤੂੰ 30 ਸਾਲ ਦੀ ਜ਼ਿੰਦਗੀ ਜੀ ਲੈ, 35 ਸਾਲ ਦੀ ਜੀ ਲੈ, 50 ਸਾਲ ਦੀ ਜੀ ਲੈ, ਪਰ ਅੱਛੀ ਜੀ, ਫਿਰ ਤੇਰੀ ਜ਼ਿੰਦਗੀ ਸਫਲ ਹੈ, ਫਿਰ ਤੇਰਾ ਜੀਵਨ ਸਫਲ ਹੈ। ਹੁਣ ਜ਼ਰਾ ਗੌਰ ਕਰਨਾ, ਇੱਕ ਅਗਰਬੱਤੀ ਅਸੀਂ ਲਾਉਂਦੇ ਹਾਂ, ਉਹਦੀ ਜ਼ਿੰਦਗੀ ਥੋੜੀ ਹੁੰਦੀ ਹੈ, ਯਾਨੀ ਕੁਝ ਘੰਟਿਆਂ 'ਚ ਹੀ ਉਹ ਅਗਰਬੱਤੀ ਸੜ ਕੇ ਸੁਆਹ ਹੋ ਜਾਂਦੀ ਹੈ, ਪਰ ਜਿੰਨੀ ਦੇਰ ਵੀ ਜੀਂਦੀ ਹੈ ਫਾਇਦਾ ਕਿੰਨਾ ਦੇ ਜਾਂਦੀ ਹੈ, ਪੂਰੇ ਘਰ ਨੂੰ ਮਹਿਕਾ ਜਾਂਦੀ ਹੈ। ਇੱਕ ਅਸੀਂ ਕੈਂਡਲ ਜਗਾਉਂਦੇ ਹਾਂ ਜਾਂ ਇੱਕ ਦੀਪਕ ਜਗਾਉਂਦੇ ਹਾਂ, ਤੇ ਇੱਕ ਕੈਂਡਲ ਅਸੀਂ ਕਹਿੰਦੇ 2-2.5 ਘੰਟੇ ਚੱਲਦੀ ਹੈ ਔਰ ਫਿਰ ਬੁੱਝ ਜਾਂਦੀ ਹੈ, ਪਰ ਜਿੰਨੀ ਦੇਰ ਵੀ ਉਹ ਚੱਲਦੀ ਹੈ, ਚਾਹੇ ਉਹਦੀ ਜ਼ਿੰਦਗੀ 2.5 ਘੰਟੇ ਦੀ ਹੈ, 3 ਘੰਟੇ ਦੀ ਹੈ, ਪਰ ਜਿੰਨੀ ਦੇਰ ਵੀ ਰਹਿੰਦੀ ਹੈ ਦੂਜਿਆਂ ਨੂੰ ਰੋਸ਼ਨੀ ਦੇ ਕੇ ਜਾਂਦੀ ਹੈ, ਦੂਜਿਆਂ ਨੂੰ ਪ੍ਰਕਾਸ਼ ਦੇ ਕੇ ਜਾਂਦੀ ਹੈ। ਸੋ ਇਹਦਾ ਮਤਲਬ ਕੀ ਹੈ? ਇੱਕ ਫੁੱਲ ਨੂੰ ਦੇਖ ਲਈਏ, ਫੁੱਲ ਸਵੇਰੇ ਖਿਲਦਾ ਸ਼ਾਮ ਨੂੰ ਮੁਰਝਾ ਜਾਂਦਾ ਹੈ। ਬੇਸ਼ੱਕ ਫੁੱਲ ਦੀ ਜ਼ਿੰਦਗੀ ਇੱਕ ਦਿਨ ਦੀ ਹੈ, ਪਰ ਉਹ ਇੱਕ ਦਿਨ ਦੀ ਜ਼ਿੰਦਗੀ 'ਚ ਕਿੰਨਿਆਂ ਚਿਹਰਿਆਂ ਨੂੰ ਖੁਸ਼ੀ ਦੇ ਜਾਂਦਾ ਹੈ, ਕਿੰਨਿਆਂ ਨੂੰ ਆਪਣੀ ਖੁਸ਼ਬੂ ਦੇ ਜਾਂਦਾ ਹੈ। ਹੁਣ ਉਹਦਾ ਇੱਕ ਦਿਨ ਦਾ ਜੀਵਨ ਵੀ ਮਹੱਤਵਪੂਰਨ ਹੈ। ਉਹ ਅਗਰਬੱਤੀ 1 ਘੰਟਾ ਵੀ ਚੱਲਦੀ ਹੈ ਤਾਂ 1 ਘੰਟਾ ਚੱਲਣਾ ਵੀ ਮਹੱਤਵਪੂਰਨ ਹੈ। ਉਹ ਕੈਂਡਲ 2.5-3 ਘੰਟੇ ਵੀ ਚੱਲਦੀ ਹੈ ਤਾਂ 2.5-3 ਘੰਟੇ ਚੱਲਣਾ ਵੀ ਮਹੱਤਵਪੂਰਨ ਹੈ, ਕਿਉਂਕਿ ਉਹ ਕਰ ਰਿਹਾ ਜਿਸ 'ਚ ਦੂਜਿਆਂ ਦੇ ਜੀਵਨ 'ਚ ਖੁਸ਼ੀ ਆ ਰਹੀ ਹੈ। ਤਾਂ ਤੁਸੀਂ 100 ਸਾਲ ਵੀ ਜੀ ਲਓ, ਤਾਂ ਜੇ ਹੋਵੇ ਹੀ ਦੂਜਿਆਂ ਨੂੰ ਤਕਲੀਫ, ਹੋਵੇ ਦੇਣਾ ਹੀ ਦੂਜਿਆਂ ਨੂੰ ਦੁੱਖ ਹੈ, ਤਾਂ ਸਾਡਾ 100 ਸਾਲ ਦਾ ਜੀਵਨ ਵੀ ਬੇਅਰਥ ਚਲਾ ਜਾਂਦਾ ਹੈ। ਇਸ ਲਈ ਇੱਕ ਇੱਕ ਦਿਨ ਨੂੰ ਦੇਖਿਆ ਕਰੋ ਕਿ ਅੱਜ ਦਾ ਦਿਨ ਜੋ ਗੁਜ਼ਰਿਆ ਹੈ, ਇਹ 'ਚ ਮੈਂ ਕਿਸੇ ਨੂੰ ਖੁਸ਼ੀ ਦਿੱਤੀ, ਇਹ 'ਚ ਮੈਂ ਕੁਝ ਐਸਾ ਅੱਛਾ ਕੀਤਾ ਜਿਹਦੇ ਨਾਲ ਦੂਜੇ ਦੇ ਜੀਵਨ 'ਚ ਖੁਸ਼ੀ ਆਈ ਹੋਵੇ। ਅਗਰ ਹਰ ਦਿਨ ਤੁਹਾਡਾ ਇਦਾਂ ਗੁਜ਼ਰਦਾ ਹੈ ਜਿਸ 'ਚ ਦੂਜੇ ਨੂੰ ਖੁਸ਼ੀ ਮਿਲੀ ਹੋਵੇ, ਤੁਹਾਡੀ ਵਜ੍ਹਾ ਨਾਲ ਦੂਜੇ ਦੇ ਚਿਹਰੇ ਤੇ ਮੁਸਕਰਾਹਟ ਆਈ ਹੋਵੇ, ਤਾਂ ਸਮਝ ਲਓ ਤੁਹਾਡਾ ਉਹ ਦਿਨ ਸਫਲ ਗਿਆ ਹੈ। ਕਿਉਂਕਿ ਦਿਨ ਤੋਂ ਹੀ ਤਾਂ ਮਹੀਨਾ ਬਣਦਾ ਹੈ, ਮਹੀਨੇ ਤੋਂ ਫਿਰ ਸਾਲ ਬਣਦੇ ਆ, ਸਾਲ ਤੋਂ ਹੀ ਸਾਡੀ ਪੂਰੀ ਜ਼ਿੰਦਗੀ ਬਣਦੀ ਹੈ। ਇਸ ਲਈ ਜਦੋਂ ਹਰ ਰੋਜ਼ ਬੰਦਾ ਇਹ ਫੈਸਲਾ ਕਰ ਲਵੇ ਕਿ ਹਰ ਰੋਜ਼ ਮੈਂ ਫੁੱਲ ਦੀ ਤਰ੍ਹਾਂ ਦੂਜਿਆਂ ਨੂੰ ਖੁਸ਼ਬੂ ਦੇਣੀ ਹੈ, ਖੁਸ਼ੀਆਂ ਦੀ, ਦੂਜਿਆਂ ਦੇ ਚਿਹਰੇ ਤੇ ਮੁਸਕਰਾਹਟ ਲਿਆਣੀ ਹੈ, ਜਾਂ ਹਰ ਰੋਜ਼ ਮੈਂ ਇੱਕ ਅਗਰਬੱਤੀ ਦੀ ਤਰ੍ਹਾਂ ਦੂਜਿਆਂ ਦੇ ਜੀਵਨ 'ਚ ਖੁਸ਼ੀਆਂ ਦੀ ਮਹਿਕ ਭਰਨੀ ਹੈ, ਜਾਂ ਹਰ ਰੋਜ਼ ਮੈਂ ਕੈਂਡਲ ਦੀ ਤਰ੍ਹਾਂ ਦੂਜਿਆਂ ਦੇ ਜੀਵਨ 'ਚ ਖੁਸ਼ੀਆਂ ਦਾ ਪ੍ਰਕਾਸ਼ ਦੇਣਾ ਹੈ, ਤਾਂ ਫਿਰ ਸਮਝ ਲਓ ਤੁਹਾਡਾ ਉਹ ਗੁਜ਼ਰਨ ਵਾਲਾ ਦਿਨ ਸਫਲ ਹੁੰਦਾ ਚਲਾ ਜਾਏਗਾ। ਇਸੇ ਤਰ੍ਹਾਂ ਇੱਕ ਦਿਨ ਸਫਲ, ਦੂਜਾ ਦਿਨ ਸਫਲ ਕਰਦਿਆਂ ਕਰਦਿਆਂ ਹਫਤਾ, ਫਿਰ ਮਹੀਨਾ, ਫਿਰ ਸਾਲ, ਫਿਰ ਪੂਰੀ ਜ਼ਿੰਦਗੀ ਸਾਡੀ ਸਫਲਤਾ ਦੇ ਮਾਰਗ ਨਾਲ ਜੁੜ ਗਈ, ਯਾਨੀ ਸਫਲ ਹੋ ਜਾਏਗੀ। ਇਸ ਲਈ ਜ਼ਿੰਦਗੀ ਮਹੱਤਵਪੂਰਨ ਉਦੋਂ ਹੋ ਜਾਂਦੀ ਹੈ ਜਦੋਂ ਜ਼ਿੰਦਗੀ ਨੂੰ ਅਸੀਂ ਐਸੇ ਢੰਗ ਨਾਲ ਜੀਂਦੇ ਹਾਂ ਜਿਹਦੇ ਨਾਲ ਸੰਸਾਰ ਨੂੰ ਖੁਸ਼ੀ ਮਿਲੇ, ਸਮਾਜ ਨੂੰ ਖੁਸ਼ੀ ਮਿਲੇ, ਔਰ ਆਪ ਵੀ ਖੁਸ਼ ਰਹੀਏ, ਕਿਉਂਕਿ ਉਹ ਕਰਮ ਕਰੀਏ ਜਿਨ੍ਹਾਂ ਸਾਨੂੰ ਵੀ ਖੁਸ਼ੀ ਮਿਲੇ। ਇਹ ਗੱਲ ਫਿਰ ਕਹਿਣਾ ਚਾਹਾਂਗੇ ਕਿ ਜਦੋਂ ਸਾਡੀ ਖੁਸ਼ੀ ਦਾ ਮਤਲਬ ਆਉਂਦਾ ਹੈ, ਤਾਂ ਇੱਕ ਵਾਰ ਫਿਰ ਦੱਸਾਂਗੇ ਕਿ ਸਾਨੂੰ ਖੁਸ਼ੀ ਮਿਲੇ ਦਾ ਮਤਲਬ ਉਹ 1 ਮਿੰਟ ਦੀ ਖੁਸ਼ੀ ਨਹੀਂ ਕਿ ਕੋਈ ਗਿਰ ਗਿਆ ਉਹਨੂੰ ਗਿਰਦਾ ਦੇਖ ਕੇ ਅਸੀਂ ਹੱਸ ਲਈਏ, ਉਹ ਸਾਡੀ ਖੁਸ਼ੀ ਨਹੀਂ ਹੈ, ਉਹ ਸਾਡੀ ਮੂਰਖਤਾ ਹੈ। ਉਹਨੂੰ ਖੁਸ਼ੀ ਨਾ ਸਮਝੋ। ਜਦੋਂ ਕਿਸੇ ਨੂੰ ਤਕਲੀਫ 'ਚ ਦੇਖ ਕੇ ਤੁਸੀਂ ਹੱਸਦੇ ਹੋ ਤਾਂ ਤੁਹਾਡੀ ਖੁਸ਼ੀ ਨਹੀਂ ਹੈ, ਉਹ ਹੈ ਤੁਹਾਡੀ ਮੂਰਖਤਾ। ਸੋ ਮੂਰਖਤਾ ਨੂੰ ਖੁਸ਼ੀ ਨਾ ਸਮਝ ਲਿਓ, ਇਹਨੂੰ ਇਦਾਂ ਹੀ ਸਮਝ ਲਓ ਜਿੱਦਾਂ ਕੋਈ ਪਿੱਤਲ ਨੂੰ ਸੋਨਾ ਨਾ ਸਮਝ ਲਵੇ। ਦੇਖਣ ਨੂੰ ਉਹ ਵੀ ਪੀਲਾ ਹੁੰਦਾ ਹੈ, ਦੇਖਣ ਨੂੰ ਉਹ ਵੀ ਪੀਲਾ ਹੁੰਦਾ ਹੈ, ਪਰ ਪਿੱਤਲ ਦੀ ਕੀਮਤ ਕਿੱਥੇ, ਤਾਂ ਸੋਨੇ ਦੀ ਕੀਮਤ ਕਿੱਥੇ ਹੈ। ਖੁਸ਼ੀ ਦਾ ਮਤਲਬ ਹੁੰਦਾ ਹੈ ਕਿ ਮੈਂ ਕਰਮ ਉਹ ਕਰਨਾ ਹੈ ਜਿਸ 'ਚ ਮੈਨੂੰ ਵੀ ਫਾਇਦਾ ਹੋਵੇ, ਯਾਨੀ ਮੈਨੂੰ ਵੀ ਸੁੱਖ ਮਿਲੇ, ਤਾਂ ਮੈਂ ਇਦਾਂ ਜੀਣਾ ਹੈ ਕਿ ਦੂਜਿਆਂ ਨੂੰ ਵੀ ਖੁਸ਼ੀ ਮਿਲੇ, ਸੁੱਖ ਮਿਲੇ। ਇਹਨੂੰ ਤੁਸੀਂ ਇਦਾਂ ਸਮਝ ਸਕਦੇ ਹੋ ਕਿ ਭੋਜਨ ਕਰਨਾ ਹੈ, ਕੱਪੜਾ ਪਾਣਾ ਹੈ, ਜਾਂ ਜ਼ਿੰਦਗੀ 'ਚ ਕੁਝ ਵੀ ਅਸੀਂ ਇਸਤੇਮਾਲ ਕਰਨਾ, ਤੇ ਦੇਖ ਕੇ ਕਿ ਇਹਦਾ ਮੈਨੂੰ ਫਾਇਦਾ ਹੋਣਾ ਚਾਹੀਦਾ ਹੈ, ਇਹਦਾ ਮੈਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹ ਹਰ ਚੀਜ਼ ਦਾ ਵਿਚਾਰ ਕਰਨਾ ਹੈ। ਇਸ ਲਈ ਇਹ ਗੱਲ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਕਿ ਇਦਾਂ ਦੀ ਜ਼ਿੰਦਗੀ ਜੀਣੀ। ਮਹੱਤਵਪੂਰਨ ਜ਼ਿੰਦਗੀ ਕਿਹੜੀ ਹੈ? ਜਿਹੜੀ ਅੱਛੀ ਹੋਵੇ, ਕਿਉਂਕਿ ਅੱਛਾਈ ਦੇ ਨਾਲ ਜੁੜ ਕੇ ਜਦੋਂ ਸਾਡਾ ਜੀਵਨ ਗੁਜ਼ਰੇਗਾ ਤਾਂ ਫਿਰ ਉਹ ਸਾਡੀ ਜ਼ਿੰਦਗੀ ਚਾਹੇ ਛੋਟੀ ਹੋਵੇ ਪਰ ਉਹ ਮਹੱਤਵਪੂਰਨ ਹੋਏਗੀ। ਔਰ ਚੌਥਾ ਸੂਤਰ ਹੈ ਅਰਸਤੂ ਦਾ,
कि मेरा जन्म कैसे हुआ और मेरी मृत्यु कैसे होगी, ये जानना इतना जरूरी नहीं है। मैं कैसे जिया, मैंने क्या किया, यह समझना ज्यादा जरूरी है, क्योंकि इसी से तुम्हारे जीवन में बदलाव आएगा। एक गल बड़ी प्यारी है, मैंने कब जन्म लिया और मेरी मृत्यु कैसे होगी। क्योंकि ज्यादातर ਅੱਜ ਇਨਸਾਨ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਨੂੰ ਲੈ ਕੇ ਇਸੇ ਚੀਜ਼ ਤੇ ਜ਼ੋਰ ਦਿੰਦਾ ਹੈ। ਉਹਨਾਂ ਦਾ ਜਨਮ ਕਦੋਂ ਹੋਇਆ, ਜਨਮ ਦਿਨ ਧੂਮਧਾਮ ਨਾਲ ਮਨਾ ਲਓ। ਫਿਰ ਉਹਨਾਂ ਨੇ ਦੁਨੀਆ ਤੋਂ ਬਾਣਾ ਕਦੋਂ ਛੱਡਿਆ, ਯਾਨੀ ਜੋਤੀ ਜੋਤ ਕਦੋਂ ਸਮਾਏ, ਜਾਂ ਦੁਨੀਆ ਤੋਂ ਪਰਦਾ ਕਦੋਂ ਕੀਤਾ, ਬਸ ਉਸ ਦਿਨ ਨੂੰ ਵਰਸੀ ਦੇ ਰੂਪ ਚ ਮਨਾ ਲਈਏ। ਹੁਣ ਜ਼ਿਆਦਾਤਰ ਇਨਸਾਨ ਦਾ ਜ਼ੋਰ ਇਹ ਦੋਨਾਂ ਦਿਨਾਂ ਤੇ ਹੀ ਹੁੰਦਾ ਹੈ। ਪਰ ਉਹ ਕਹਿੰਦੇ ਕਿ ਮੇਰਾ ਜਨਮ ਕਦੋਂ ਹੋਇਆ ਔਰ ਮੇਰੀ ਮ੍ਰਿਤਿੂ ਕਿੱਦਾਂ ਹੋਣੀ ਹੈ, ਇਹ ਗੱਲ ਇੰਨੀ महत्वपूर्ण नहीं है, जरूरी नहीं है। क्योंकि जान भी लिया कि मेरा जन्म कदों होया या मेरी मृत्यु किदां होई, ये तुसी जान भी लिया तो ये जानन नाल तुहाडे जीवन च कोई बदलाव नहीं आना। क्योंकि ये की जीवन च बदलाव आना, हुण तुसी जान लो कि कृष्ण का जन्म इन्नी तरीक नूं होया या श्री कृष्ण की मृत्यु इदों होई, तो उहदे नाल एक जानकारी मिली पर जीवन च कोई बदलाव नहीं आया। फिर अरस्तु की कहंदे है कि मैं क्या बोला, मैं कैसे जिया, मैंने क्या किया, ये समझना जरूरी है, क्योंकि इसी से तुम्हारे जीवन में बदलाव आएगा। ये तीन चीजें उन्होंने कही, मैं क्या बोला, मैं कैसे जिया, मैंने क्या किया। क्योंकि तिन्ने चीजों के जरिए तो सानू ज्ञान मिलता है। जिदा समझ लो कि संत जो बोलते हैं उन्होंने शब्दों तो सानू ज्ञान मिलता है, या ऐसी देखते कि संत कर की रहे हैं उन्होंने करनी तो सानू ज्ञान मिलता है, या ऐसी देखते इन्होंने अपनी जिंदगी किदां गुजारी उन्होंने जिंदगी तो सानू ज्ञान मिलता है। ये तीन चीज़ां तो ऐसी ज्ञान लैके अपने जीवन नू बदल सकते हैं। हुण जरा सोचना समझना इस चीज़ नू एक बार फिर दोहरावांगे कि उन्होंने चौथा सूत्र, मेरा जन्म कैसे हुआ और मेरी मृत्यु कैसे होगी, ये जानना इतना जरूरी नहीं है। मैं क्या बोला, मैंने क्या किया, मैं कैसे जिया, ये जानना जरूरी है, समझना जरूरी है, क्योंकि इसी से तुम्हारे जीवन में बदलाव आएगा। क्योंकि उन्होंने कहने का मतलब है कि जदों भी असी गुरुआं रहबरां संतां दी जिंदगी नूं देखिए तो ऐसी ये देखिए कि उन्होंने क्या की, गुरुआं रहबरां दे बचनां नूं समझिए, उन्हां दे बचनां नूं समझ के साडे जीवन च बदलाव आएगा। फिर उन्हां दे जीवन नूं देखिए कि इन्हां ने जिंदगी च कीता की। क्योंकि किद्दां समझ आनी है, हुण फर्ज करो असीं गुरुआं रहबरां दी जिंदगी नूं देखदे हां कि गुरुआं रहबरां कोई बुरा आदमी आया तो उन्होंने उस बुरे आदमी नाल किद्दां दा बिहेव कीता। जिद्दां बंदा कहंदा मेरे को बुरा आया तो मैं अग्गों उहदे नाल बुरा बर्ताव कीता, मेरे को अच्छा आया तो मैं उहदे नाल अच्छा बर्ताव कीता। हुण ये तो हो गई इंसान दी गल, पर जदों संतां गुरुआं रहबरां को कोई बुरा आदमी जांदा है तो संत उहदे नाल भी प्यार करदे है, कोई अच्छा जांदा उहदे नाल भी प्यार करदे है। बस असीं ये देखना कि उन्हां दा जीवन अपना किद्दां जिया, फिर उन्हां दे जीवन नूं पढ़ के उन्हां दे जीवन नूं देख के अपने आप नूं ਉਹਦੇ ਮੁਤਾबिक ढालण ਦੀ कोशिश करिए कि जिन्हां नूं असीं ਮੰਨਦੇ ਹਾਂ, जिन्हां नूं असीं दिलों ਮੰਨਦੇ ਹਾਂ, जिन्हां ਨਾਲ दिलों जुड़े हैं, उन्हां दी जिंदगी नूं समझिए कि उन्हां ने जिंदगी किदां गुजारी। हुण फर्ज करो एक आदमी कहे मैं महात्मा बुद्ध नूं ਮੰਨਦਾ ਹਾਂ, हुण ਉਹ महात्मा बुद्ध नूं ਮੰਨਦਾ है, कोई आदमी आके उन्होंने गाली देवे, अगे वो भी 4 गालियां कढ़ देवे, तो ਇਹਦਾ मतलब महात्मा बुद्ध नूं ਮੰਨਦਾ ਜ਼ਰੂਰ है पर महात्मा बुद्ध के जीवन तो उन्होंने कोई शिक्षा नहीं लई। क्योंकि जे महात्मा बुद्ध नूं ਮੰਨਦਾ, उन्हां दे जीवन नूं समझदा, उन्हां तो शिक्षा लैंदा, तो फिर उन्होंने भी होना चाहिए सी जदों इदां दा आदमी महात्मा बुद्ध को गया सी, महात्मा बुद्ध नूं बुरा बोलिया तो उन्होंने अग्गों मुस्कुरा के जवाब दिता, उन्होंने कोई अपशब्द नहीं बोले। हुण मैं देखना है कि जे मैं गुरुआं रहबरां पीरां फकीरां नूं दिलों ਮੰਨदा हाँ तो मैं देखना है कि उन्होंने अपने जीवन च की कीता। तो जदों तुहाडे नाल कोई बुरा हालात आवे तो 1 मिनट वास्ते अंदर सोचो कि जिन्हां नूं मैं ਮੰਨਦਾ हाँ, जे मेरी जगह वो हुंदे तो उन्होंने इत्थे की रिस्पॉन्स देना सी। समझ आ गई कि नहीं? हुण फर्ज करो कोई जीसस क्राइस्ट नूं ਮੰਨਦਾ है, कोई श्री गुरु नानक देव जी नूं ਮੰਨਦਾ है, कोई हजूर गौस नूं 11वीं वाली सरकार नूं ਮੰਨਦਾ है, कोई महात्मा बुद्ध नूं ਮੰਨਦਾ है, कोई श्री गुरु रविदास जी नूं ਮੰਨਦਾ है। हुण जदों भी तुहाडे जीवन च कोई इदां दे हालात आंदे है तो उसलिए सोचो कि जिन्हां नूं मैं प्यार करदा हाँ, अगर उन्हां दे जीवन च हालात हुंदे तो इसलिए उन्होंने की रिस्पॉन्स देना सी, उन्होंने की करना सी। बस फिर असीं उन्हां दे जीवन चों शिक्षा लैके
ਕੋਸ਼ਿਸ਼ ਕਰੀਏ ਕਿ ਜਿਸ ਗੁਰੂ ਨੂੰ ਮੈਂ ਮੰਨਦਾ ਹਾਂ, ਜੇ ਉਹਨਾਂ ਨੇ ਇਦਾਂ ਕਰਨਾ ਸੀ ਤਾਂ ਮੈਂ ਵੀ ਉਹਨਾਂ ਦਾ ਬੱਚਾ ਆ, ਆਖਿਰ ਉਹਨਾਂ ਵਾਲੇ ਗੁਣ ਮੇਰੇ ਅੰਦਰ ਵੀ ਹੋਣੇ ਚਾਹੀਦੇ ਹੈ। ਕਿਉਂਕਿ ਮਜ਼ਾ ਤਾਂ ਫੇਰ ਹੀ ਹੁੰਦਾ ਨਾ ਜਿੱਦਾਂ ਆਪਾਂ ਕਹਿੰਦੇ ਬਾਪ ਦਾ ਗੁਣ ਬੱਚੇ ਦੇ ਅੰਦਰ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਸਤਿਗੁਰ ਨੂੰ ਵੀ ਆਪਣਾ ਸਭ ਕੁਝ ਮੰਨਦੇ ਹਾਂ ਤਾਂ ਸਭ ਕੁਝ ਮੰਨਣ ਨਾਲ ਗੱਲ ਨਹੀਂ ਬਣਨੀ, ਉਹਦੇ ਗੁਣਾਂ ਨੂੰ ਆਪਣੇ ਅੰਦਰ ਲਿਆਉਣ ਨਾਲ ਗੱਲ ਬਣਨੀ ਹੈ। ਇਸ ਲਈ ਅਰਸਤੂ ਨੇ ਗੱਲ ਬੜੀ ਪਿਆਰੀ ਕਹੀ ਕਿ ਮੇਰਾ ਜਨਮ ਕੈਸੇ ਹੁਆ, ਮੇਰੀ ਮ੍ਰਿਤਿਉ ਕੈਸੇ ਹੋਗੀ। ਕਿਉਂਕਿ ਹਾਲੇ ਉਹ ਜਿਉਂਦੇ ਆ, ਇਸ ਲਈ ਕਹਿ ਰਿਹਾ ਕਿ ਮੇਰੀ ਮ੍ਰਿਤਿਉ ਕਿੱਦਾਂ ਹੋਣੀ ਹੈ। ਇਹ ਤੁਸੀਂ ਜਾਣ ਵੀ ਲਓਗੇ ਤਾਂ ਇੰਨਾ ਜ਼ਰੂਰੀ ਨਹੀਂ ਹੈ, ਕਿਉਂਕਿ ਇਹਦੇ ਨਾਲ ਤੁਹਾਨੂੰ ਕੋਈ ਲਾਭ ਜਾਂ ਨੁਕਸਾਨ ਨਹੀਂ, ਸਿਰਫ ਜਾਣਕਾਰੀ ਵਧਣੀ ਹੈ। ਜਿੱਦਾਂ ਬੰਦਾ ਕਹਿੰਦਾ ਆ ਫਲਾਣੇ ਦਾ ਜਨਮ ਇੰਨੀ ਤਰੀਕ ਨੂੰ ਹੋਇਆ, ਮੇਰੇ ਸੱਜਣ ਦਾ, ਮੇਰੇ ਮਿੱਤਰ ਦਾ, ਹੁਣ ਉਹਦੇ ਜਨਮ ਨੂੰ ਜਾਣ ਲਿਆ ਤਾਂ ਸਿਰਫ ਜਾਣਕਾਰੀ ਵਧੀ ਨਾ। ਉਹਦੇ ਹੈਪੀ ਬਰਥਡੇ ਤੇ ਹੈਪੀ ਬਰਥਡੇ ਵਿਸ਼ ਕਰ ਦੇਵਾਂਗੇ ਤਾਂ ਉਹਦੇ ਨਾਲ ਸਾਡੇ ਜੀਵਨ 'ਚ ਕੀ ਬਦਲਾਅ ਆਇਆ? ਕੋਈ ਨਹੀਂ, ਰਹੇ ਤਾਂ ਉਦਾਂ ਦੇ ਉਦਾਂ ਹੀ। ਇਹੀ ਗੱਲ ਇੱਥੇ ਅਰਸਤੂ ਕਹਿੰਦੇ ਹੈ ਕਿ ਜੀਵਨ ਨੂੰ ਜਾਣਨ ਨਾ, ਮ੍ਰਿਤਿਉ ਨੂੰ ਜਾਣਨ ਨਾ, ਕਿ ਉਹ ਮਰੇ ਕਿੱਦਾਂ, ਉਹ ਦੁਨੀਆ ਤੋਂ ਕਿੱਦਾਂ ਗਏ, ਉਹਨਾਂ ਨੇ ਕਿਹੜੇ ਸੰਤ ਦੁਨੀਆ ਤੋਂ ਪਰਦਾ ਕੀਤਾ, ਇਹ ਤਰੀਕਾਂ ਜਾਣ ਵੀ ਲਏਗਾ ਤਾਂ ਤੇਰਾ ਜੀਵਨ ਨਹੀਂ ਬਦਲੇਗਾ। ਜੀਵਨ ਦੇ ਵਿੱਚ ਬਦਲਾਵ ਕਦੋਂ ਆਣਾ ਹੈ? ਮੈਂ ਕਿਆ ਬੋਲਾ, मैं कैसे जिया, मैंने क्या किया, ये समझना जरूरी है, क्योंकि इसी से तुम्हारे जीवन में बदलाव आएगा। वो कहते ਉਹ ਚੀਜ਼ ਸੰਤਾਂ ਗੁਰੂਆਂ ਰਹਿਬਰਾਂ ਫਕੀਰਾਂ ਦੀ ਜ਼ਿੰਦਗੀ ਚੋਂ ਪਕੜੋ ਜਿਹਦੇ ਨਾਲ ਸਾਡੇ ਜੀਵਨ 'ਚ ਬਦਲਾਵ ਆਵੇ, ਕਿਉਂਕਿ ਸੰਤ ਬਦਲਾਵ ਕਰਨੀ ਤਾਂ ਆਉਂਦੇ ਹੈ, ਨਹੀਂ ਤਾਂ ਸੰਤਾਂ ਦੀ ਲੋੜ ਕੀ ਹੈ? ਹੋਰ ਬੋਲੋ, ਸਮਝਦੇ ਹੋ ਕਿ ਨਹੀਂ? ਇਸੇ ਲਈ ਤਾਂ ਗੁਰੂ ਰਹਿਬਰ ਦੁਨੀਆ ਤੇ ਆਉਂਦੇ ਹੈ, ਆਪਣੇ ਗਿਆਨ ਦੇ ਜ਼ਰੀਏ, ਆਪਣੇ ਸ਼ਬਦਾਂ ਦੇ ਜ਼ਰੀਏ ਉਹ ਸਾਡੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੈ, ਕਿਉਂਕਿ ਪਤਾ ਹੈ ਕਿ ਇਨਸਾਨ ਦੇ ਅੰਦਰ ਬਦਲਾਵ ਦੀ ਜ਼ਰੂਰਤ ਹੈ। ਇਨਸਾਨ ਬਦਲੇਗਾ ਤਾਂ ਫੇਰ ਹੀ ਇਹ ਸੰਸਾਰ ਬਦਲੇਗਾ, ਕਿਉਂਕਿ ਇਨਸਾਨਾਂ ਨਾਲ ਹੀ ਤਾਂ ਸੰਸਾਰ ਹੈ ਨਾ। ਤਾਂ ਜੇ ਇਨਸਾਨ ਬੁਰਾ ਹੈ ਤਾਂ ਸੰਸਾਰ ਬੁਰਾ, ਜੇ ਇਨਸਾਨ ਦੇ ਅੰਦਰ ਬਦਲਾਵ ਆ ਜਾਵੇ, ਇਨਸਾਨ ਅੱਛਾ ਬਣ ਜਾਵੇ ਤਾਂ ਪੂਰਾ ਸੰਸਾਰ ਅੱਛਾ ਬਣ ਸਕਦਾ ਹੈ। ਇਸ ਲਈ ਤਾਂ ਅਸੀਂ ਇੱਕ ਸ਼ੇਰ ਕਹੀਦਾ ਹੈ ਕਿ ਜ਼ਿੰਦਗੀ ਐਸੀ ਬਣਾ ਜਿੰਦਾ ਰਹੇ ਦਿਲਸ਼ਾਦ ਤੂੰ, ਤੂੰ ਕਹੀਂ ਪੇ ਵੀ ਰਹੇ ਦੁਨੀਆ ਕੋ ਆਏ ਯਾਦ ਤੂੰ। ਇਹ ਦਿਲਸ਼ਾਦ ਨਾਮ ਦਾ ਇੱਕ ਸ਼ਾਇਰ ਹੋਇਆ ਜਿਹਨੇ ਗੱਲ ਕਹੀ ਹੈ ਕਿ ਆਪਣੀ ਜ਼ਿੰਦਗੀ ਨੂੰ ਐਸਾ ਬਣਾ ਕਿ ਜਿੰਦਾ ਰਹੇ ਦਿਲਸ਼ਾਦ ਤੂੰ, ਤੂੰ ਕਹੀਂ ਪੇ ਵੀ ਰਹੇ ਦੁਨੀਆ ਕੋ ਆਏ ਯਾਦ ਤੂੰ। ਦਿਲਸ਼ਾਦ ਵੈਸੇ ਕਿਹਾ ਜਾਂਦਾ ਜਿਹੜਾ ਖੁਸ਼ ਹੋਵੇ, ਆਨੰਦ ਨਾਲ ਭਰਪੂਰ ਹੋਵੇ। ਉਹ ਕਹਿੰਦੇ ਆਪਣੀ ਜ਼ਿੰਦਗੀ ਨੂੰ ਐਸੀ ਬਣਾ ਕਿ ਤੂੰ ਦਿਲਸ਼ਾਦ ਹੋਵੇਂ, ਬੜਾ ਦਿਲ ਖੁਸ਼ੀ ਨਾਲ ਭਰਪੂਰ ਦਿਲ, ਆਨੰਦ ਨਾਲ ਭਰਪੂਰ ਦਿਲ, ਕਿਉਂਕਿ ਜਿਹਦਾ ਦਿਲ ਖੁਸ਼ੀਆਂ ਨਾਲ ਭਰਿਆ ਹੋਵੇ ਜਿੱਥੇ ਵੀ ਜਾਏਗਾ ਉਹ ਖੁਸ਼ੀਆਂ ਹੀ ਬਣਦਾ ਜਾਏਗਾ, ਆਨੰਦ ਹੀ ਬਣਦਾ ਜਾਏਗਾ। और फिर जिंदगी ऐसी बना जिंदा रहे दिलशाद तू, तू कहीं पे भी रहे दुनिया को आए याद तू, क्योंकि तेरी करनी ने ही दुनिया के दिलों 'ਚ तेरी जगह बनानी है। और जदों अच्छी करनी करेगा, नेक करनी करेगा तो लोगों के दिलों 'ਚ ऐसी तेरी जगह बन जाएगी, फिर तू चाहे रमे चाहे ना रमे, यानी चाहे दुनिया ते रवे या दुनिया तो चला जावे या किते भी तू रमे, ਤੈਨੂੰ ਯਾਦ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾਏਗੀ, ਕਿਉਂਕਿ ਤੈਨੂੰ ਯਾਦ ਕਰਨ ਵਾਲੇ ਜਿਨ੍ਹਾਂ ਦੇ ਦਿਲਾਂ 'ਚ ਤੇਰੀ ਯਾਦ ਅੱਛਾਈ ਦੇ ਰੂਪ 'ਚ ਵਸ ਗਈ ਹੈ ਉਹ ਹਮੇਸ਼ਾ ਤੈਨੂੰ ਯਾਦ ਰੱਖਣਗੇ। ਅੱਜ ਤੁਸੀਂ ਵੀ ਦੇਖ ਲਓ, ਤੁਸੀਂ ਕਿਹਨਾਂ ਨੂੰ ਯਾਦ ਰੱਖਦੇ ਹੋ, ਕਿਹਨਾਂ ਨੂੰ ਯਾਦ ਕਰਦੇ ਹੋ? ਜਿਨ੍ਹਾਂ ਨੇ ਅੱਛਾ ਕੀਤਾ ਹੋਵੇ, ਜਿਨ੍ਹਾਂ ਨੇ ਕੁਝ ਐਸਾ ਕੀਤਾ ਹੋਵੇ ਜਿਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਖੁਸ਼ੀ ਆਈ ਹੋਵੇ, ਜਿਹਦੇ ਨਾਲ ਤੁਹਾਡੇ ਜੀਵਨ 'ਚ ਕੁਝ ਲਾਭ ਹੋਇਆ ਹੋਵੇ, ਤੁਸੀਂ ਉਹਨੂੰ ਹਮੇਸ਼ਾ ਯਾਦ ਰੱਖਦੇ ਹੋ। ਹਾਂ, ਇੱਕ ਯਾਦ ਬੁਰੀ ਵੀ ਹੁੰਦੀ, ਕੋਈ ਤੁਹਾਡੇ ਨਾਲ ਬੁਰਾ ਕਰੇ ਉਹਨੂੰ ਵੀ ਤੁਸੀਂ ਯਾਦ ਰੱਖਦੇ ਹੋ, ਪਰ ਉਹ ਯਾਦ ਬੁਰਾਈ ਦੇ ਰੂਪ 'ਚ ਹੁੰਦੀ ਹੈ, ਉਹ ਤੁਸੀਂ ਸ਼ੈਤਾਨ ਦੇ ਰੂਪ 'ਚ ਯਾਦ ਕਰਦੇ ਹੋ। ਬੰਦਾ ਨਹੀਂ, ਇਹ ਸ਼ੈਤਾਨ ਸੀ ਜਿਹਨਾਂ ਮੇਰੇ ਜੀਵਨ 'ਚ ਆ ਦੁੱਖ ਭਰ ਦਿੱਤਾ। ਤਾਂ ਜਿਹਨਾਂ ਕੁਝ ਅੱਛਾ ਕੀਤਾ ਹੋਵੇ, ਤੁਹਾਨੂੰ ਖੁਸ਼ੀ ਦਿੱਤੀ ਹੋਵੇ, ਫਿਰ ਤੁਸੀਂ ਉਹਨੂੰ ਇੱਕ ਭਗਵਾਨ ਦੇ ਰੂਪ 'ਚ ਯਾਦ ਕਰਦੇ ਹੋ। ਬੰਦਾ ਬੜਾ ਅੱਛਾ ਸੀ ਜਿਹਨਾਂ ਮੇਰੇ ਜੀਵਨ 'ਚ ਖੁਸ਼ੀ ਦੇ ਗਿਆ, ਆਨੰਦ ਦੇ ਗਿਆ। ਇਸ ਲਈ ਆਪਣੀ ਕਰਨੀ ਨੂੰ ਐਸੇ ਹੀ ਬਣਾਓ ਕਿ ਤੁਹਾਡੀ ਕਰਨੀ ਐਸੀ ਹੋਵੇ ਕਿ ਦੂਜਿਆਂ ਦੇ ਦਿਲਾਂ 'ਚ ਤੁਹਾਡੀ ਯਾਦ ਬਸੇ ਅੱਛਾਈ ਦੇ ਰੂਪ 'ਚ, ਆਨੰਦ ਦੇ ਰੂਪ 'ਚ, ਖੁਸ਼ੀ ਦੇ ਰੂਪ 'ਚ, ਅੱਛੇ ਬਣ ਕੇ ਲੋਕਾਂ ਦੇ ਦਿਲਾਂ 'ਚ ਵਸ ਜਾਵੋ। और यही गल इत्थे अरस्तु अपने चौथे सूत्र अंदर कहना चाह रहे हैं कि मैंने क्या बोला, मैंने क्या किया, मैं कैसे जिया, ये समझना जरूरी है। इसलिए जे संतां नूं समझना है तां उन्हां दे जीवन नूं समझण दी कोशिश करो, उन्हां दी वाणी नूं, उन्हां दे वचनां नूं समझण दी कोशिश करो जो वो बोलदे है, वो किद्दां जी रहे है, उन्हां दे उठण बैठण दे ढंग नूं समझो, किद्दां उन्हां दे जीवन च आनंद है, शांति है, क्योंकि उन्हां दे जीवन नूं देख के ही असीं अपना जीवन बदल सकते हैं, फिर ही साडे जीवन 'ਚ बदलाव आ सकता है। इसलिए आओ ਅਸੀਂ ਵੀ ਗੁਰੂਆਂ ਰਹਿਬਰਾਂ ਦਾ ਜਨਮ ਦਿਨ ਤਾਂ ਧੂਮ ਧਾਮ ਨਾਲ ਮਨਾਉਂਦੇ ਆ, ਜਾਂ ਉਹਨਾਂ ਦੀ ਬਰਸੀ ਤਾਂ ਅਸੀਂ ਮਨਾਉਂਦੇ ਆ,
ਪਰ ਇੱਕ ਵਾਰ ਫਿਰ ਕਵਾਂਗੇ ਕਿ ਜਨਮ ਦਿਨ ਧੂਮ-ਧਾਮ ਨਾਲ ਮਨਾ ਲਿਆ, ਬਰਸੀ ਅਸੀਂ ਉਹਨਾਂ ਦੀ ਯਾਦ ਵਿੱਚ ਮਨਾ ਲਈ, ਤਾਂ ਫਿਰ ਅਸੀਂ ਕਹੀਏ ਅਸੀਂ ਆਪਣੇ ਸਤਿਗੁਰ ਦੇ ਪਿਆਰੇ, ਗੁਰੂ ਦੇ ਪਿਆਰੇ, ਮੁਰਸ਼ਦ ਦੇ ਪਿਆਰੇ। ਤਾਂ ਸਿਰਫ ਇੰਨਾ ਕਰਨਾ ਹੀ ਪਿਆਰਿਆਂ ਦਾ ਕੰਮ ਨਹੀਂ ਹੈ। ਪਿਆਰਿਆਂ ਦਾ ਕੰਮ ਹੈ ਗੁਰੂ ਦੇ ਮੁਖ ਚੋਂ ਨਿਕਲਣ ਵਾਲੇ ਵਚਨਾਂ ਨੂੰ ਸਮਝ ਕੇ, ਉਹਨਾਂ ਦੀ ਜ਼ਿੰਦਗੀ ਨੂੰ ਸਮਝ ਕੇ, ਉਹਨਾਂ ਦੇ ਜੀਵਨ ਦੀ ਕਲਾ ਨੂੰ ਦੇਖ ਕੇ ਆਪਣੇ ਜੀਵਨ ਨੂੰ ਉਹਦੇ ਮੁਤਾਬਿਕ ਚਲਾਉਣਾ। ਫਿਰ ਅਸੀਂ ਗੁਰੂ ਦੇ ਪਿਆਰੇ ਆ, ਕਿਉਂਕਿ ਗੁਰੂ ਇਹੀ ਤਾਂ ਚਾਹੁੰਦੇ ਕਿ ਸਾਡੇ ਜੀਵਨ 'ਚ ਬਦਲਾਵ ਆਵੇ। ਔਰ ਇਹ ਬਦਲਾਵ ਸਿਰਫ ਜਨਮ ਦਿਨ ਦੇ ਜਾਂ ਮ੍ਰਿਤਿੂ ਦੇ ਦਿਨ ਨੂੰ ਜਾਣ ਕੇ ਨਹੀਂ ਆਏਗਾ। ਇਹ ਬਦਲਾਵ ਆਏਗਾ ਉਹਨਾਂ ਦੇ ਬਚਨਾਂ ਨੂੰ ਸਮਝ ਕੇ, ਉਹਨਾਂ ਦੇ ਜੀਵਨ ਨੂੰ ਸਮਝ ਕੇ। ਇਸ ਲਈ ਉਹ ਕਹਿੰਦੇ, ਇੱਕ ਵਾਰ ਫਿਰ ਆਖਰਲੇ ਬਚਨਾਂ 'ਚ ਦੁਹਰਾਵਾਂਗੇ ਕਿ मैं क्या बोला, मैंने क्या किया, मैं कैसे जिया। ये समझना जरूरी है, क्योंकि इसी से तुम्हारे जीवन में बदलाव आएगा। वो कहते मेरे प्यारे हो, ਮੇਰੇ ਜਨਮ ਨੂੰ ਲੈ ਕੇ ਨਾ ਬੈਠੇ ਰਹੋ ਕਿ ਇੰਨੀ ਤਰੀਕ ਨੂੰ ਸਾਡੇ ਗੁਰੂ ਨੇ ਜਨਮ ਲਿਆ, ਜਾਂ ਮੇਰੇ ਗੁਰੂ ਦੀ ਮ੍ਰਿਤਿੂ ਇਦਾਂ ਹੋਈ, ਇਹੀ ਘਟਨਾ ਨੂੰ ਨਾ ਲੈ ਕੇ ਬੈਠੇ ਰਹੋ। ਉਹ ਕਹਿੰਦੇ ਮੈਂ ਜੋ ਬੋਲ ਰਿਹਾ ਹਾਂ ਉੱਤੇ ਧਿਆਨ ਦੇਣਾ ਹੈ, ਮੈਂ ਜਿੱਦਾਂ ਜੀ ਰਿਹਾ ਹਾਂ ਉਦੋਂ ਦੇਖਣਾ ਹੈ, ਮੈਂ ਕੀ ਕਰ ਰਿਹਾ ਹਾਂ ਉਹ ਕਰਨੀ ਤੇ ਜ਼ੋਰ ਦੇਣਾ ਹੈ। ਫਿਰ ਕੋਸ਼ਿਸ਼ ਕਰਨੀ ਹੈ ਕਿ ਜੋ ਸਾਡੇ ਗੁਰੂ ਨੇ ਬੋਲਿਆ, ਜਿੱਦਾਂ ਸਾਡਾ ਗੁਰੂ ਜੀ ਕੇ ਗਿਆ, ਜਿੱਦਾਂ ਸਾਡੇ ਗੁਰੂ ਨੇ ਕਰਮ ਕੀਤਾ, ਅਸੀਂ ਵੀ ਉਸ ਮਾਰਗ ਤੇ ਚੱਲੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। सोना सोना मेरा मुर्शिद सोना, सोना सोना